ਪੰਜਾਬੀ ਆਡੀਓ ਬੁੱਕ YouTube ਚੈਨਲ ਸੁਣ ਰਹੇ ਸਾਰੇ ਸਰੋਤਿਆਂ ਨੂੰ ਫਤਿਹ ਅਰਜ਼ ਕਰਦੀ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਤਾਬ ਸਿੰਘਨਾਦ ਭਾਗ 7ਵਾਂ, ਪੰਨਾ ਨੰਬਰ 123। ਜੋ ਜਾਗੇ ਸੇ ਉਭਰੇ। ਸ੍ਰੀ ਰਾਗ ਵਿੱਚ ਹਜ਼ੂਰ ਤੀਸਰੇ ਪਾਤਸ਼ਾਹ ਦਾ ਫਰਮਾਨ ਹੈ, ਜੋ ਜਾਗੇ ਸੇ ਉਭਰੇ, ਸੁੱਤੇ ਗਏ ਮੁਹਾਏ, ਸੱਚਾ ਸ਼ਬਦ ਨਾ ਪਛਾਣਿਓ, ਸੁਪਨਾ ਗਿਆ ਵਿਹਾਏ। ਅਕਾਲੀ ਏਕਤਾ, ਜਿਸ ਦਾ ਚਰਚਾ ਹਰ ਸਿੱਖ ਨੂੰ ਸਿਖਾਉਂਦਾ ਹੈ, ਅੱਜ ਫੇਰ ਮ੍ਰਿਗ ਤ੍ਰਿਸ਼ਨਾ ਵਾਂਗ ਆਪਣਾ ਜਲਵਾ ਵਿਖਾ ਰਹੀ ਹੈ। ਚਰਚਾ ਨਾਲੋਂ ਵਧੇਰੇ ਲੋੜ ਹੈ ਪਾਟੋ ਧਾੜ ਦੀ ਬਿਮਾਰੀ ਦੀ ਸਹੀ ਪਛਾਣ ਕਰਕੇ ਇਸ ਦਾ ਮੁਕੰਮਲ ਇਲਾਜ ਕਰਨ ਦੀ। ਨਹੀਂ ਤਾਂ ਮੁੱਢਲੇ ਸਿਆਸੀ ਸੱਚ ਦੀ ਅਣਹੋਂਦ ਕਾਰਨ ਇਹ ਸੁਪਨਾ ਵੀ ਵਿਹਾ ਜਾਵੇਗਾ। ਇਸ ਭ੍ਰਾਂਤੀ ਕਾਲ ਦੇ ਦੌਰਾਨ ਅਵੇਸਲੇਪਣ ਕਾਰਨ ਜੋ ਨੁਕਸਾਨ ਹੋਵੇਗਾ ਉਹ ਉਸ ਤੋਂ ਵੀ ਵੱਧ ਹੋਵੇਗਾ, ਜੋ ਕੌਮ ਪਿਛਲੇ 8 ਸਾਲਾਂ ਵਿੱਚ ਕਰਵਾ ਚੁੱਕੀ ਹੈ। ਪਿਛਲੇ 10 ਸਾਲਾਂ ਤੋਂ ਅਕਾਲੀ ਰਾਜਨੀਤੀ ਨਾਲ ਸੰਬੰਧਿਤ ਹੋਣ ਕਰਕੇ ਅਤੇ ਇਸ ਨੂੰ ਸੁਖਾਵਾਂ ਮੋੜ ਕੱਟ ਤੇ ਦੇਖਣ ਦਾ ਚਾਹਵਾਨ ਹੋਣ ਕਰਕੇ ਮੈਂ ਮਰਜ਼ ਅਤੇ ਅਸਲ ਇਲਾਜ ਸੰਬੰਧੀ ਆਪਣੀ ਕੌਮ ਨਾਲ ਸਮੇਂ ਸਿਰ ਕੁਝ ਵਿਚਾਰ ਸਾਂਝੇ ਕਰਨਾ ਚਾਹੁੰਦਾ ਹਾਂ। ਅੱਗੇ ਸੰਗਤਾਂ ਸਰਬ ਸਮਰੱਥ ਹਨ, ਬੁੱਲੇ ਸ਼ਾਹ ਉਹਦੀਆਂ ਉਹ ਜਾਣੇ, ਸਾਨੂੰ ਆਪਣੀ ਤੋੜ ਨਿਭਾਉਣ ਦੇ। ਅਕਾਲੀ ਸਿਆਸਤ ਦੀ ਮੁੱਢਲੀ ਕਮਜ਼ੋਰੀ ਇਹ ਹੈ ਕਿ ਬਹੁ ਗਿਣਤੀ ਦੇ ਮਾਰੂ ਪ੍ਰਭਾਵ ਅਧੀਨ ਇਸ ਨੇ ਉਹ ਬ੍ਰਾਹਮਣੀ ਸਿਧਾਂਤ ਗਲ ਲਗਾ ਲਏ ਹਨ ਜੋ ਲੋਕਰਾਜੀ ਪ੍ਰਣਾਲੀ ਵਿੱਚ ਉੱਕਾ ਅਢੁਕਵੇਂ ਹਨ ਅਤੇ ਸਿੱਖ ਸਿਆਸੀ ਪਰੰਪਰਾ ਦੇ ਐਨ ਵਿਰੋਧ ਵਿੱਚ ਖੜੇ ਹਨ। ਹਿੰਦੁਸਤਾਨ ਦੀ ਤਕਰੀਬਨ ਹਰ ਸਿਆਸੀ ਜਮਾਤ ਇਹਨਾਂ ਨੂੰ ਅਪਣਾਉਣ ਨਾਲ ਰਸਾਤਲ ਵੱਲ ਜਾਂਦੀ ਪ੍ਰਤੱਖ ਵਿਖਾਈ ਦੇ ਰਹੀ ਹੈ। ਥੋੜੇ ਲਫ਼ਜ਼ਾਂ ਵਿੱਚ ਆਖੀਏ ਤਾਂ ਅਕਾਲੀ ਦਲਾਂ ਦੀ ਅੰਦਰੂਨੀ ਬਣਤਰ ਵਿੱਚ ਲੋਕਰਾਜੀ ਸਿਧਾਂਤਾਂ ਨੂੰ ਆਧਾਰ ਨਾ ਬਣਾਉਣਾ ਹੀ ਅਸਲ ਬਿਮਾਰੀ ਹੈ। ਲੰਬੀ ਸਰਕਲ ਦੇ ਸ਼੍ਰੋਮਣੀ ਅਕਾਲੀ ਦਲ ਦੇ ਜਥੇ ਨੂੰ ਛੱਡ ਕੇ ਅੱਜ ਹਰ ਅਕਾਲੀ ਧੜੇ ਦਾ ਹਰ ਅਕਾਲੀ ਅਹੁਦੇਦਾਰ ਨਾਮਜ਼ਦ ਹੋਇਆ ਹੈ। ਪਿੰਡ ਦੀ ਇਕਾਈ ਤੋਂ ਲੈ ਕੇ ਪ੍ਰਧਾਨ ਤੱਕ ਇਸ ਨਾਮਜ਼ਦਗੀ ਦੇ ਦਸਤੂਰ ਅਨੁਸਾਰ ਕਾਇਮ ਹਨ। ਤਕਰੀਬਨ ਮਾਸਟਰ ਤਾਰਾ ਸਿੰਘ ਦੇ ਚਲਾਣੇ ਤੋਂ ਬਾਅਦ ਹੀ ਇਹ ਬਣਤਰ ਪ੍ਰਚਲਿਤ ਹੋਈ ਹੈ। ਅਜਿਹੀ ਜਥੇਬੰਦੀ ਜਿਸ ਤੱਕ ਲੋਕ ਰਾਏ ਦੀ ਖੁਸ਼ਬੂ ਤੱਕ ਵੀ ਨਾ ਪਹੁੰਚ ਸਕਦੀ ਹੋਵੇ, ਖੜੇ ਪਾਣੀ ਵਾਂਗ ਦੋਸ਼ ਭਰਪੂਰ ਹੋ ਜਾਂਦੀ ਹੈ ਅਤੇ ਛੇਤੀ ਇਸ ਵਿੱਚ ਕਈ ਘਾਤਕ ਰੋਗਾਂ ਦੇ ਕੀੜੇ ਪੈਦਾ ਹੋ ਜਾਂਦੇ ਹਨ। ਇਹ ਸਭ ਅਜੋਕੇ ਅਕਾਲੀ ਦਲਾਂ ਨਾਲ ਵਾਪਰ ਚੁੱਕਿਆ ਹੈ। ਕਾਂਗਰਸ ਵਾਂਗ ਅਕਾਲੀ ਧੜਿਆਂ ਉੱਤੇ ਵੀ ਜੁੰਡਲੀਆਂ ਦੇ ਕਬਜ਼ੇ ਹੋ ਚੁੱਕੇ ਹਨ। ਇਹਨਾਂ ਨੇ ਪੰਜਾਬ ਦੀ ਵੰਡ ਮਾਝੇ, ਮਾਲਵੇ, ਜਾਤ ਪਾਤ, ਜ਼ਿਲ੍ਹੇ, ਧੜੇ ਆਦਿ ਨੂੰ ਸਾਹਮਣੇ ਰੱਖ ਕੇ ਕਰ ਲਈ ਹੈ। ਧਾੜਵੀਆਂ ਨੌਸ਼ਰਬਾਜ਼ਾਂ ਦੇ ਟੋਲਿਆਂ ਵਾਂਗ ਇਹ ਧੜੇ ਪੱਕੇ ਪੀਡੇ ਹੋ ਚੁੱਕੇ ਹਨ। ਨਤੀਜਾ ਇਹ ਹੈ ਕਿ ਚਾਹੇ ਕੋਈ ਕਿੰਨੀ ਵੀ ਸਿਆਸੀ ਸੂਝ-ਬੂਝ ਰੱਖਦਾ ਹੋਵੇ, ਸੇਵਾ ਦਾ ਜਜ਼ਬਾ ਅਤੇ ਸਮਰੱਥਾ ਰੱਖਦਾ ਹੋਵੇ, ਖਾਨਿਆਂ ਵਿੱਚ ਵੰਡੇ ਅਕਾਲੀ ਦਲ ਵਿੱਚ ਪ੍ਰਵਾਨ ਨਹੀਂ ਚੜ੍ਹ ਸਕਦਾ, ਜਿੰਨਾ ਚਿਰ ਕਿ ਉਹ ਕਿਸੇ ਧੜੇ ਦੇ ਧਨੀ ਦੀ ਮਿੰਨਤ ਤਰਲਾ ਨਾ ਕਰੇ। ਕਈ ਅਦੁੱਤੀ ਪ੍ਰਤਿਭਾ ਵਾਲੇ ਹੀਰੇ ਇਸ ਚੰਦਰੀ ਧੜੇਬਾਜ਼ੀ ਨੇ ਸਰਾਲ ਬਣ ਕੇ ਨਿਗਲ ਲਏ। ਕਈ ਅਜਬ ਸਮਰੱਥਾ ਵਾਲੇ ਸਾਰੀ ਉਮਰ ਬੂਹੇ ਉੱਤੇ ਹਾਕ ਪੈਣ ਦੀ ਉਡੀਕ ਕਰਦੇ ਹੋਏ ਪੂਣੀ ਕੱਤੇ ਬਿਨਾਂ ਚਰਖੇ ਚੁੱਕ ਕੇ ਲੈ ਗਏ। ਕਲਗੀਆਂ ਵਾਲੇ ਦਾ ਮਹਾਸ਼ਕਤੀਸ਼ਾਲੀ ਪੰਥ ਨਿਹੱਥਾ ਨਿਮਾਣਾ ਬੇਜ਼ੁਬਾਨ ਹੋ ਕੇ ਗੁੰਮਨਾਮੀ ਨਾਲ ਘੁਲਦਾ ਹੋਇਆ ਆਪਣੇ ਲਾਲਾਂ ਨੂੰ ਕੋਡੀਆਂ ਨਾਲ ਤੁਲਦੇ ਵੇਖਦਾ ਰਿਹਾ। ਸਰਦਾਰ ਕਪੂਰ ਸਿੰਘ ICS ਵਰਗਾ ਇੱਕ ਵੀ ਬੁੱਧੀਮਾਨ ਸੂਰਮਾ ਜੇ ਕਿਸੇ ਹੋਰ ਕੌਮ ਵਿੱਚ ਹੋਇਆ ਹੁੰਦਾ ਤਾਂ ਉਹ ਕੌਮ ਨਿਸ਼ਚੇ ਹੀ ਬਾਕੀ ਸਭ ਕੌਮਾਂ ਨੂੰ ਰਾਹ ਵਿਖਾਣਯੋਗ ਹੁੰਦੀ। ਅਸੀਂ ਤਾਂ ਸੰਤ ਬਾਬਾ ਜਰਨੈਲ ਸਿੰਘ ਵਰਗੇ ਸੰਤ ਸਿਪਾਹੀ ਨੂੰ ਵੀ ਘੱਟੇ ਵਿੱਚ ਰੋਲ ਦਿੱਤਾ। ਇਹ ਅਤੇ ਇਹਨਾਂ ਵਰਗੇ ਹੋਰ ਅਨੇਕ ਜੋ ਦਸ਼ਮੇਸ਼ ਦੇ ਰਾਹ ਉੱਤੇ ਚੱਲਦੇ ਹੋਏ ਈਨ ਨਾ ਮੰਨਣ ਦੇ ਹੱਕ ਵਿੱਚ ਸਨ, ਕਿਸੇ ਬੌਣੇ ਧੜੇ ਦੇ ਮੇਚ ਨਾ ਆਏ। ਇੱਕ ਪੱਖੋਂ ਵੇਖਿਆ, ਖਾਸ ਕਰਕੇ 1978 ਤੋਂ ਬਾਅਦ ਦਾ ਅਕਾਲੀ ਇਤਿਹਾਸ ਵੱਖ-ਵੱਖ ਧੜਿਆਂ ਵੱਲੋਂ ਆਪਣੀ ਪ੍ਰਭੂ ਸੱਤਾ ਕਾਇਮ ਰੱਖਣ ਦੇ ਮਹਾਯੁੱਧ ਦਾ ਨਜ਼ਾਰਾ ਹੀ ਹੈ। ਇਹ ਧੜੇ ਆਪਸ ਵਿੱਚ ਪਾਟ ਲੈ ਦੇ ਕਰਕੇ ਫੇਰ ਜੁੜਦੇ ਰਹੇ। ਪਾਟਣ ਜੁੜਨ ਦੇ ਸਭ ਨਾਟਕ ਧੜਿਆਂ ਦੇ ਹਿੱਤਾਂ ਨੂੰ ਮਹਿਫੂਜ਼ ਰੱਖਣ ਖਾਤਰ ਹੁੰਦੇ ਰਹੇ। ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਰੋਟੀਆਂ ਕਾਰਨ ਪੂਰੇ ਤਾਲ। ਇਹਨਾਂ ਦੀ ਫੁੱਟ ਨੂੰ ਪੰਥਕ ਫੁੱਟ ਪ੍ਰਚਾਰਿਆ ਜਾਣਾ ਅਤੇ ਬਾਂਦਰ ਵੰਡ ਉਪਰੰਤ ਇਹਨਾਂ ਦੇ ਇਕੱਤਰ ਨੂੰ ਪੰਥਕ ਏਕਤਾ ਦਾ ਨਾਂ ਦਿੱਤਾ ਜਾਣਾ, ਕੌਮ ਬੇਬਸ ਹੋ ਕੇ ਇਹਨਾਂ ਦੇ ਮੂੰਹਾਂ ਵੱਲ ਵੇਖਦੀ ਰਹਿ ਜਾਂਦੀ ਰਹੀ। ਜਥੇਬੰਦਕ ਅਹੁਦਿਆਂ ਵਾਂਗ ਚੋਣਾਂ ਸਮੇਂ ਵੀ ਇਹਨਾਂ ਆਪਣੇ ਧੜਿਆਂ ਦੇ ਬੰਦਿਆਂ ਨੂੰ ਹੀ ਟਿਕਟਾਂ ਦੇਣੀਆਂ ਦਿਵਾਣੀਆਂ।
ਪਿਛਲੇ ਸਮਿਆਂ ਉੱਤੇ ਝਾਤੀ ਮਾਰੋ ਤਾਂ ਤੁਹਾਨੂੰ ਅਸੈਂਬਲੀ ਪਾਰਲੀਮੈਂਟ ਦੀਆਂ ਕਈ ਟਿਕਟਾਂ ਗਧਿਆਂ ਦੇ ਗਲਾਂ ਨਾਲ ਬੰਨੀਆਂ ਨਜ਼ਰ ਆਉਣਗੀਆਂ ਅਤੇ ਕਈ ਕਿੱਕਰਾਂ ਕਰੀਰਾਂ ਉੱਤੇ ਟੰਗੀਆਂ ਹੋਈਆਂ। ਕਈ ਐਸੇ ਗੁੰਗੇ ਭਲਵਾਨ ਚੁਣੇ ਗਏ ਜਿਨ੍ਹਾਂ ਸਭਾਵਾਂ ਵਿੱਚ 18 ਸਾਲ ਅਖੰਡ ਮੌਨ ਵਰਤ ਧਾਰੀ ਰੱਖਿਆ। ਜੇ ਅੱਜ ਬਾਕੀ ਹਿੰਦੁਸਤਾਨ ਅਕਾਲੀ ਦਲ ਦੇ ਰਾਜਸੀ ਨਿਸ਼ਾਨੇ ਬਾਰੇ ਉੱਕਾ ਭੰਬਲ ਭੂਸੇ ਵਿੱਚ ਹੈ ਤਾਂ ਉਸ ਨੂੰ ਕੀ ਦੋਸ਼ ਦਈਏ। ਜਿਨ੍ਹਾਂ ਨਿਸ਼ਾਨਾ ਪ੍ਰਗਟ ਕਰਨਾ ਸੀ ਲੰਮੀਆਂ ਤਾਣ ਕੇ ਸੁੱਤੇ ਰਹੇ। ਖੈਰ, ਜੱਦੀ ਪੁਸ਼ਤੀ ਗੱਦੀਆਂ ਕਾਇਮ ਕਰਨ ਦੀ ਹੋੜ ਨਿਰੰਤਰ ਲੱਗੀ ਰਹੀ। ਪਾਰਲੀਮੈਂਟ ਬੋਰਡ ਦੇ ਮੈਂਬਰ ਆਪਣੇ ਆਪ ਨੂੰ ਅਤੇ ਆਪਣੇ ਪੁੱਤ ਭਰਾਵਾਂ ਅਤੇ ਆਪਣੀਆਂ ਜਨਾਨੀਆਂ ਆਦਿ ਨੂੰ ਟਿਕਟਾਂ ਵੰਡਦੇ ਰਹੇ। ਸਈਆਂ ਭਏ ਕੋਤਵਾਲ ਅਬ ਡਰ ਕਾਹੇ ਕਾ। ਸਿੱਟਾ ਇਹ ਨਿਕਲਿਆ ਕਿ ਮਹਾਨ ਸਿੱਖ ਕੌਮ ਦੇ ਉਹ ਸਭ ਤੋਂ ਵੱਧ ਨੁਮਾਇੰਦੇ ਬਣੇ ਜੋ ਠੋਕ ਵਜਾ ਕੇ ਸੱਚ ਉੱਤੇ ਪਹਿਰਾ ਦੇ ਸਕਣ ਦਾ ਸੁਪਨਾ ਵੀ ਨਹੀਂ ਸਨ ਲੈਣਾ ਜਾਣਦੇ। ਉਹਨਾਂ ਚਾਪਲੂਸੀ ਰਾਹੀਂ ਟਿਕਟ ਹਾਸਲ ਕਰਨੀ ਹੁੰਦੀ ਸੀ ਅਤੇ ਇਸੇ ਜ਼ਰੀਏ ਸਿਆਸੀ ਵਕਾਰ ਬਣਾਉਣਾ ਹੁੰਦਾ ਸੀ। ਲੋਕਾਂ ਦੀ ਅਣਖੀ ਨਿਗਰ ਸੋਚ ਦਾ ਸੋਮਾ ਸੁੱਕ ਗਿਆ। ਜਿਨ੍ਹਾਂ ਸਮੇਂ ਦੀ ਸਿਆਸੀ ਰੋਹ ਨੂੰ ਨਾ ਪਛਾਣਿਆ, ਨੁੱਕਰ ਲੱਗਦੇ ਗਏ ਜਾਂ ਕਾਂਗਰਸ ਪਾਰਟੀ ਵੱਲ ਧੱਕੇ ਗਏ। ਜਿਨ੍ਹਾਂ ਧੜੇਬਾਜ਼ਾਂ ਨੂੰ ਖੁਸ਼ ਰੱਖਣ ਦੇ ਕਰਮ ਨੂੰ ਨਖਿੱਧ ਜਾਣ ਕੇ ਤਿਆਗਿਆ, ਪੰਥ ਦੀ ਦੁਰਦਸ਼ਾ ਨੂੰ ਵੇਖ ਕੇ ਸਾਰੀ ਉਮਰ ਤਿਲ ਤਿਲ ਕਰਕੇ ਕਟੀਂਦੇ ਰਹੇ। ਲੋਕ ਰਾਏ ਦੇ ਸਹੀ ਨੁਮਾਇੰਦਿਆਂ ਲਈ ਅਕਾਲੀ ਦਲ ਦੇ ਦਰਵਾਜ਼ੇ ਬੰਦ ਰਹੇ। ਦੂਸਰਾ ਸਿੱਟਾ ਇਹ ਰਿਹਾ ਕਿ ਕੌਮ ਦੇ ਜਜ਼ਬਾਤੀ ਅਤੇ ਜੁਝਾਰੂ ਸੁਭਾਅ ਨੂੰ ਮੁੱਖ ਰੱਖ ਕੇ ਨੇਤਾ ਕੌਮ ਦੇ ਗਲ ਅਜਿਹੀਆਂ ਲੜਾਈਆਂ ਪਾਉਂਦੇ ਰਹੇ ਜਿਨ੍ਹਾਂ ਵਿੱਚ ਇਹ ਕੁਝ ਕਾਰਵਾਈ ਦਿਖਾ ਸਕਣ ਅਤੇ ਜਿਨ੍ਹਾਂ ਨੂੰ ਰਿੜਕ ਕੇ ਇਹ ਆਪਣੀਆਂ ਕੁਰਸੀਆਂ ਕੱਢ ਸਕਣ। ਪਾਰਟੀ ਨੇ ਲੋਕ ਰਾਏ ਤੋਂ ਅਗਵਾਈ ਲੈਣੀ ਸੀ, ਪਰ ਅਜਿਹੇ ਸਿਆਸੀ ਮਾਹੌਲ ਵਿੱਚ ਜਥੇਬੰਦੀ ਧੜੇਬਾਜ਼ਾਂ ਦੇ ਸੋਹਣੇ ਵਿਚਾਰਾਂ ਨੂੰ ਲੋਕਾਂ ਉੱਤੇ ਠੋਸਣ ਦਾ ਸਾਧਨ ਬਣ ਕੇ ਰਹਿ ਗਈ। ਅੱਜ ਵੀ ਲੋਕਤੰਤਰੀ ਪਾਰਟੀ ਅਖਵਾਉਂਦੀ ਹੈ, ਪਰ ਹਨੇਰ ਸਾਈਂ ਦਾ ਪਾਰਟੀ ਵਿੱਚ ਲੋਕਾਂ ਦੀ ਕਿਸੇ ਵੀ ਪੱਧਰ ਉੱਤੇ ਕੋਈ ਪੁੱਛਗਿੱਛ ਨਹੀਂ। ਇਹ ਹੈ ਰਾਜਸੀ ਸੱਚ ਜਿਸ ਨੂੰ ਜਾਣੇ ਬਿਨਾਂ ਅਕਾਲੀ ਅਤੇ ਪੰਥਕ ਏਕਤਾ ਦਾ ਪ੍ਰਯੋਜਨ ਬਾਲੂ ਦੀ ਭੀਤ ਹੀ ਹੋ ਨਿਬੜੇਗਾ। ਅੱਜ ਵੱਖ-ਵੱਖ ਨਾਵਾਂ ਹੇਠ ਪ੍ਰਚਲਿਤ ਅਕਾਲੀ ਧੜੇ ਅਤੇ ਉਹਨਾਂ ਦੀ ਛਾਵੇਂ ਪਲ ਰਹੇ ਧੜਿਆਂ ਵਿਚਲੇ ਧੜੇ ਸਾਰੇ ਦੇ ਸਾਰੇ ਕਦਾਚਿਤ ਏਕਤਾ ਨਹੀਂ ਕਰ ਸਕਦੇ, ਕਿਉਂਕਿ ਹੈਂਕੜ ਦੀ ਸੇਹ ਦਾ ਤਕੱਲਾ ਹਰ ਇੱਕ ਦੇ ਵਿਹੜੇ ਟਿਕਾ ਕੇ ਗੱਡਿਆ ਹੋਇਆ ਹੈ। ਜੇ ਲੋਕਾਂ ਦੀ ਪਿੱਠ ਪਿੱਛੇ ਇਹਨਾਂ ਏਕਤਾ ਕਰ ਵੀ ਲਈ ਤਾਂ ਇਹ ਏਕਤਾ ਕੇਵਲ ਧੜੇ ਪਾਲਣ ਖਾਤਰ ਅਤੇ ਸ਼ਹੀਦ ਸਿੰਘਾਂ ਦੇ ਮਗ ਰਹੇ ਸਿਵਿਆਂ ਉੱਤੇ ਮੰਡੇ ਸੇਕਣ ਖਾਤਰ ਹੀ ਹੋਵੇਗੀ। ਅਜਿਹੀ ਏਕਤਾ ਵਿੱਚੋਂ ਕੌਮ ਦੀ ਬਿਹਤਰੀ ਨਹੀਂ ਨਿਕਲ ਸਕਦੀ, ਜਿਵੇਂ ਕਿ ਬੱਕਰੀ ਊਠ ਨੂੰ ਜਨਮ ਨਹੀਂ ਦੇ ਸਕਦੀ। ਅੱਜ ਕੌਮ ਦੇ ਜਾਗਣ ਦਾ ਵੇਲਾ ਹੈ। ਸੁੱਤਿਆਂ ਦੀਆਂ ਗਠੜੀਆਂ ਨੂੰ ਚੋਰ ਲੱਗ ਰਹੇ ਹਨ। ਨਿਹਾਇਤ ਜ਼ਰੂਰੀ ਹੈ ਕਿ ਕੌਮ ਕੇਹਰ ਵਾਂਗ ਆਪਣੇ ਗੁੱਸੇ ਨੂੰ ਛੱਡ ਕੇ ਅਵੇਸਲੇਪਣ ਦੀ ਹਨੇਰੀ ਗੁਫਾ ਤੋਂ ਬਾਹਰ ਆਵੇ ਅਤੇ ਆਪਣੀ ਕਿਸਮਤ ਨੂੰ ਆਪਣੇ ਹੱਥ ਵਿੱਚ ਲੈਣ ਦੀ ਸਿੰਘ ਗਰਜਣਾ ਕਰੇ। ਬੇਈਮਾਨ ਵਿਚੋਲਿਆਂ ਨੂੰ ਉਸੇ ਤਰ੍ਹਾਂ ਗਲੋਂ ਲਾ ਦੇਵੇ ਜਿਵੇਂ ਕਦੇ ਦਸ਼ਮੇਸ਼ ਪਿਤਾ ਨੇ ਮਸੰਦਾਂ ਨੂੰ ਗਲੋਂ ਲਾਇਆ ਸੀ ਅਤੇ ਸੰਗਤ ਨੂੰ ਖਾਲਸਾ ਕਰਕੇ ਦੁਨੀਆ ਉੱਤੇ ਰਾਜ ਕਰਨ ਦੇ ਰਾਹ ਤੋਰਿਆ ਸੀ। ਜੇ ਕਿਤੇ ਇਹ ਹੋ ਜਾਵੇ ਤਾਂ ਇਹ ਹਿੰਦੁਸਤਾਨ ਹੀ ਨਹੀਂ, ਏਸ਼ੀਆ ਦੀ ਸਭ ਤੋਂ ਵੱਡੀ ਜੁਗਗਰਦੀ ਹੋਵੇਗੀ ਅਤੇ ਖਾਲਸਾ ਦੁਨੀਆ ਨੂੰ ਸਹੀ ਰਾਹ ਵਿਖਾਉਣ ਦਾ ਆਪਣਾ ਬਿਰਧ ਪਾਲ ਰਿਹਾ ਹੋਵੇਗਾ। ਫੁਰਮਾਨ ਹੈ, ਰਚ ਦੀਨੋ ਖਾਲਸਾ ਜਗਤ ਕੋ ਦੇਨ ਸੰਤ। ਆਵਾਜ਼ਾਂ ਮਾਰ ਰਹੀ ਮੰਜ਼ਿਲ ਤੱਕ ਪਹੁੰਚਣ ਲਈ ਕੇਵਲ ਕੁਝ ਤਰੱਦਦ ਕਰਨ ਦੀ ਲੋੜ ਹੈ। ਧੜਿਆਂ ਦੀਆਂ ਧਨੀਆਂ ਜਿਨ੍ਹਾਂ ਨੇ ਹੇਮੂ ਬਾਣੀਏ ਵਾਂਗ ਅੱਜ ਤੱਕ ਚੰਮਦੀਆਂ ਚਲਾਈਆਂ ਹਨ ਨੂੰ ਕੌਮ ਉੱਤੇ ਤਰਸ ਕਰਨ ਲਈ ਮਜਬੂਰ ਕੀਤਾ ਜਾਵੇ। ਸਭ ਨੂੰ ਇੱਕ ਸਾਂਝੀ ਕਮੇਟੀ ਬਣਾਉਣ ਲਈ ਮਨਾਇਆ ਜਾਵੇ। ਉਸ ਤਿਆਗ ਦੀ ਮੰਗ ਕੀਤੀ ਜਾਵੇ ਜਿਸ ਨੂੰ ਕਰਨ ਲਈ ਇਹ ਸਟੇਜ ਉੱਤੇ ਬਹਿਬਲ ਹੋਏ ਦੱਸਦੇ ਹਨ। ਸਰਦਾਰ ਸਿਮਰਨਜੀਤ ਸਿੰਘ ਮਾਨ, ਸਰਦਾਰ ਗੁਰਬਚਨ ਸਿੰਘ ਟੋੜਾ, ਸਰਦਾਰ ਪ੍ਰਕਾਸ਼ ਸਿੰਘ ਬਾਦਲ, ਸਰਦਾਰ ਤੋਤਾ ਸਿੰਘ, ਸਰਦਾਰ ਕਾਬਲ ਸਿੰਘ, ਬਾਬਾ ਜੋਗਿੰਦਰ ਸਿੰਘ ਅਤੇ ਸਰਦਾਰ ਜਗਦੇਵ ਸਿੰਘ ਤਲਵੰਡੀ ਮਿਲ ਬੈਠਣ ਅਤੇ ਐਲਾਨ ਕਰਨ ਕਿ ਅਗਾਂਹ ਨੂੰ ਕੋਈ ਪਾਰਟੀ ਦਾ ਜਾਂ ਸਰਕਾਰੀ ਅਹੁਦਾ ਨਹੀਂ ਲੈਣਗੇ। ਫਿਰ ਇਹ ਅਕਾਲੀ ਦਲ ਨੂੰ ਦੁਬਾਰਾ ਜਥੇਬੰਦ ਕਰਨ ਵਿੱਚ ਤਨੋ ਮਨੋ ਜੁਟ ਜਾਣ। ਸਭ ਤੋਂ ਪਹਿਲਾਂ ਇਹ ਅਜਿਹੇ ਅਕਾਲੀਆਂ ਦੀ ਸੂਚੀ ਬਣਾਉਣ ਜਿਨ੍ਹਾਂ ਨੇ ਮੌਕੇ ਮਿਲਣ ਦੇ ਬਾਵਜੂਦ ਕੌਮ ਦੀ ਸੇਵਾ ਉਨੀ ਨਹੀਂ ਕੀਤੀ ਜਿੰਨੀ ਕੁਰਸੀ ਹੰਢਾਈ ਹੈ। ਅਜਿਹਿਆਂ ਨੂੰ ਬੇਨਤੀ ਕੀਤੀ ਜਾਵੇ ਕਿ ਅੱਗੋਂ ਘਰੋਂ ਘਰੀ ਬਿਰਾਜਣ। ਦੂਜਾ ਕਦਮ ਇਹ ਹੋਵੇ ਕਿ ਅਸੈਂਬਲੀ ਹਲਕੇਵਾਰ ਲੋਕਾਂ ਵੱਲੋਂ ਚੁਣੇ ਹੋਏ ਪੰਚਾਂ, ਸਰਪੰਚਾਂ, ਸੰਘਰਸ਼ ਨਾਲ ਜੁੜੇ ਸਿਰ ਕੱਢ ਲੋਕਾਂ ਦੀਆਂ ਆਮ ਸਭਾਵਾਂ ਬੁਲਾਈਆਂ ਜਾਣ। ਇਹਨਾਂ ਵਿੱਚੋਂ ਇੱਕ ਪਿੰਡ ਦਾ ਬੰਦਾ ਚੁਣ ਕੇ ਸਰਕਲ ਸ਼੍ਰੋਮਣੀ ਅਕਾਲੀ ਦਲ ਦੀ ਚੋਣ ਕਰਵਾਈ ਜਾਵੇ।
हर सर्कल के जनरल हाउस नूं अधिकार होवे कि वह उतले पार्टी अहुदियां, पार्टी सभावां ते असैंबली आदि दीयां चोणां लई 3-3 ਨਾਂ दे सके, जिन्हां विचों एक दा थापिया जाना लाजमी होवे। यों लड़ीवार उतले पद्धर तक पार्टी चोणां मुकम्मल होण ते आखिर प्रधान बकायदा चुनिया जावे। इस तरह चुनिया प्रधान कमेटी की देखरेख हेठां पहला जनरल इजलास बुलावे अते श्रोमणी अकाली दल का सियासी निशाना तय करे जां प्रचलित निशानियां विचों एक चुन लवे। इन्ना कुछ होण उपरंत ही असीं सिख अते पंजाब मसले दे हल लई हंबला मारन दे योग होवांगे। योग समय सरकार बनन समय उक्त कमेटी नुमाइंदियां दी सलाह नाल मुख मंत्री मनोनीत करे अते आप स्टीयरिंग कमेटी बन के सख्त निगाह रखे कि सरकार लोकां वल्लों निर्धारित असूलां अनुसार चल रही है जां नहीं। खास तौर उत्ते ख्याल रखे कि कोई सरकारी अहुदे नूं जाति मुफाद वास्ते ना वरत सके। आख्या जावेगा डुब्बी ताहिए जे साह ना आया। जे इन्ने जोगे ही यह नेता हुंदे तां कौम नूं माड़े दिन क्यों वेखणे पैंदे। इसदा हल है कि सिद्धांत नाल बज्जे ओह खाड़कू अगे आउण जिहड़े सिरां उत्ते कफन बन के निकले हन अते बिना किसी दबाव पाउण दे इस काम नूं सिरे चाढ़न। जे यह भी इन्ने जोगे नहीं तां सारे धड़ियां दे दूजी कतार दे नेता यह बीड़ा चुकण। जे किते भी कोई नीलकंठ नहीं लभदा तां संगतां तहैया करन, आपन हत्थी अपना आपे ही काज सवारीए, गुरवाक अमिठान। गुरु रूप संगत अपनी किस्मत दी वागडोर अपने हथ लवे अते सारे खब्बी खाना नूं दुरकार देवे। की यह संभव है? दा जवाब हाँ है। पिछले दिनी लंबी हल्के दे लोकां ने इवें कीता, इन बिन इवें। उन्हां ऐलान भी कीता कि ओह श्रोमणी अकाली दल वल्लों अपना उम्मीदवार चोणां विच आपे खड़ा करनगे। यह ऐलान उस सभा विच होया जिस विच 66 पिंडां दे पंच, सरपंच, सिरकੱਢ व्यक्ति हाजिर सन। चोणां सर्बसम्मति नाल होईयां। हुण लोड़ है कि हर हलका लंबी बन जावे अते लंबे समय लई कौम दे उजले भविख दा जामन हो निबड़े। संगतां विच अथाह शक्ति है, इस दी वरतों कीती जावे। दुष्ट दमन मसंदा नूं सोधण वाले बंदी छोड़ दशमेश दा जन्म दिन 24 दसंबर नूं आ रहा है। उस पवित्र दिहाड़े खालसा पंथ जागे। शेरां दीए सुत्तीए कौमे पासा तां मार ओए ਅਤੇ ਆਪਣੇ ਆਪ ਨੂੰ ਜੁੱਤੀ ਦੀ ਨੋਕ ਤੋਂ ਫੜ ਕੇ ਉਤਾਂਹ ਚੁੱਕੇ ਅਤੇ ਉਹਨਾਂ ਸਿਆਸੀ ਬੁਲੰਦੀਆਂ ਤੇ ਲੈ ਜਾਵੇ ਜਿਨ੍ਹਾਂ ਉੱਤੇ ਇਸ ਨੂੰ ਵੇਖਣ ਦੇ ਹਜ਼ੂਰ ਚਾਹਵਾਨ ਹਨ। ਪੁੰਨ ਨਾਲੇ ਫਲੀਆਂ, ਆਓ ਮਾਨਸ ਖਾਣੀ ਰਾਤ ਦਾ ਕੋਈ ਅੰਤ ਲੱਭੀਏ, ਨੂਰ ਭਰੀ ਸਵੇਰ ਵੱਲ ਕਦਮ ਚੁੱਕੀਏ, ਏਸ਼ੀਆ ਦਾ ਚਾਨਣ ਮੁਨਾਰਾ ਬਣੀਏ। ਦੁਨੀਆ ਸਾਰੀ ਆਖੇ ਧੰਨ ਕਲਗੀਆਂ ਵਾਲਾ, ਧੰਨ ਉਸਦੇ ਸਿੱਖ, ਘਰ ਬੰਦੋ ਸੱਚ ਧਰਮ ਕਾ, गढ़ थम अहले, गुरोपदेश है। श्रोमणी कमेटी दे जमहूरी प्रबंध दी अहमियत। श्रोमणी गुरुद्वारा प्रबंधक कमेटी बारे सिख विद्वानां विच दो आपो विरोधी विचारधारावां हन। एक तां ओह हन जो इस दे 1966 तो बाद दे नमोशी भरे इतिहास वल झात पा के इस नूं सिख धर्म लई हानिकारक संस्था गर्दानदे हन। दूसरे ओह हन जो इस दे पिछोकड़ होंद विच आउण दे कारण ਅਤੇ 1966 तक ਦੇ इतिहास ਨੂੰ ਵਾਚ ਕੇ ਇਸ ਨੂੰ ਇੱਕ ਬੇਹੱਦ ਗੌਰਵਮਈ ਸਿੱਖ ਸੰਸਥਾ ਸਮਝਦੇ ਹੋਏ ਇਸ ਦੀਆਂ ਪ੍ਰਾਪਤੀਆਂ ਉੱਤੇ ਮਾਣ ਕਰਦੇ ਹਨ। ਦੋ ਪੱਖਾਂ ਤੋਂ ਵੇਖਿਆ ਸ਼੍ਰੋਮਣੀ ਕਮੇਟੀ ਸੰਸਾਰ ਦੀਆਂ ਨਿਰਾਲੀਆਂ ਸੰਸਥਾਵਾਂ ਵਿੱਚੋਂ ਸਪਸ਼ਟ ਨਜ਼ਰ ਆਉਂਦੀ ਹੈ। ਜਦ ਸਾਰਾ ਹਿੰਦੁਸਤਾਨ ਗੁਲਾਮ ਸੀ, ਜਦੋਂ ਸਾਰੇ ਏਸ਼ੀਆ, ਅਫਰੀਕਾ ਅਤੇ ਯੂਰਪ ਦੇ ਵੱਡੇ ਹਿੱਸੇ ਵਿੱਚ ਬਹੁਤੇ ਲੋਕ ਵੋਟ ਪਾਉਣ ਦੇ ਹੱਕ ਤੋਂ ਮਹਿਰੂਮ ਸਨ, ਇੱਥੋਂ ਤੱਕ ਕਿ ਲੋਕਤੰਤਰ ਦੀ ਮਾਂ ਅਖਵਾਉਣ ਵਾਲੇ ਬਰਤਾਨੀਆ ਵਿੱਚ ਵੀ ਵੋਟ ਹੱਕ ਸੀਮਤ ਸੀ, ਉਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਰ ਬਾਲਗ ਸਿੰਘ ਸਿੰਘਣੀ ਦੀ ਵੋਟ ਨਾਲ ਚੁਣੀ ਜਾਂਦੀ ਸੀ। ਬਰਤਾਨੀਆ ਵਿੱਚ ਔਰਤਾਂ ਨੂੰ ਵੋਟ ਹੱਕ 1932 ਤੋਂ ਬਾਅਦ ਮਿਲਿਆ, ਪਰੰਤੂ ਸਿੱਖ ਬੀਬੀਆਂ 1926 ਤੋਂ ਵਰਤਦੀਆਂ ਆਈਆਂ ਹਨ। ਇਸ ਸੰਸਥਾ ਦੀ ਲੋਕ ਰਾਜੀ ਦਿੱਖ ਬੇਹੱਦ ਪ੍ਰਭਾਵਸ਼ਾਲੀ ਅਤੇ ਲੋਕਤੰਤਰ ਦੇ ਮੁੱਢ ਤੋਂ ਮੁਦਈ ਖਾਲਸਾ ਜੀ ਦੇ ਵਿਰਸੇ ਦਾ ਅਹਿਮ ਅੰਗ ਹੈ। ਦੂਜਾ, ਸਾਰੇ ਸੰਸਾਰ ਦੇ ਮੋਹਰੀ ਜਿਸ ਨੂੰ ਟੋਇਨਬੀ ਉੱਚੇ ਧਰਮ ਗਿਣਦਾ ਹੈ, ਧਰਮਾਂ ਵਿੱਚੋਂ ਸਿੱਖ ਧਰਮ ਹੀ ਐਸਾ ਹੈ ਜਿਸ ਕੋਲ ਧਰਮ ਅਸਥਾਨਾਂ ਦੇ ਪ੍ਰਬੰਧ ਲਈ ਚੁਣੀ ਹੋਈ ਸੰਸਥਾ ਮੌਜੂਦ ਹੈ।
ਇਹ ਇਸ ਲਈ ਵੀ ਹੈ ਕਿ ਜਿਸ ਵੇਲੇ ਯਹੂਦੀ ਅਤੇ ਈਸਾਈ ਧਰਮ ਪੈਦਾ ਹੋਏ ਸਨ, ਉਸ ਵੇਲੇ ਸੰਸਾਰ ਉੱਤੇ ਲੋਕਤੰਤਰ ਦਾ ਤਸੱਵਰ ਨਹੀਂ ਸੀ। ਇਸ ਤੋਂ ਅਗਾਂਹ ਇਹਨਾਂ ਧਰਮਾਂ ਦੇ ਕੁਝ ਕੁ ਮੁੱਢਲੇ ਧਾਰਮਿਕ ਸਿਧਾਂਤ ਅਜਿਹੇ ਹਨ ਕਿ ਜਿਨ੍ਹਾਂ ਦੇ ਹੁੰਦਿਆਂ ਇਹਨਾਂ ਵਿੱਚ ਲੋਕਤੰਤਰ ਲਈ ਢੋਈ ਨਹੀਂ। ਇਸੇ ਕਾਰਨ ਪੱਛਮ ਵਿੱਚ ਧਰਮ ਨੂੰ ਸਿਆਸਤ ਤੋਂ ਵੱਖ ਕਰਨਾ ਪਿਆ ਸੀ ਅਤੇ ਸੈਕੂਲਰਿਜ਼ਮ ਦੀ ਨਾਸਤਿਕ ਵਿਚਾਰਧਾਰਾ ਨੇ ਜ਼ੋਰ ਫੜਿਆ ਸੀ, ਕਿਉਂਕਿ ਇਸਲਾਮ ਦਾ ਪਰਪੱਕ ਅਕੀਦਾ ਹੈ ਕਿ ਕੁਰਾਨ ਸ਼ਰੀਫ ਵਿੱਚ ਪਰਮਾਤਮਾ ਦੇ ਮੁਕੰਮਲ ਆਖਰੀ ਹੁਕਮ ਦਰਜ ਹਨ। ਇਸ ਲਈ ਇਹਨਾਂ ਨੂੰ ਸਮਝਾਉਣ ਲਈ ਪੁਜਾਰੀ ਜਮਾਤ ਦੀ ਹੋਂਦ ਜ਼ਰੂਰੀ ਹੈ। ਇਸ ਜਮਾਤ ਦੇ ਹੁੰਦਿਆਂ ਲੋਕਤੰਤਰ ਦਾ ਬੋਲਬਾਲਾ ਸੰਭਵ ਨਹੀਂ। ਬੁੱਧ ਮਤ, ਖਾਸ ਕਰ ਮਹਾਯਾਨ, ਜੋ ਕਿ 5 ਪਾਣੀਆਂ ਦੀ ਹੀ ਉਪਜ ਸੀ, ਵਿੱਚ ਮੁੱਢਲੇ ਲੋਕ ਪੱਖੀ ਤੱਤ ਮੌਜੂਦ ਸਨ। ਸੰਘ ਦੀ ਹੋਂਦ ਤੋਂ ਹੀ ਸਪਸ਼ਟ ਹੈ ਕਿ ਪਹਿਲੋਂ ਪਹਿਲ ਇਸ ਦੇ ਧਾਰਮਿਕ ਪ੍ਰਬੰਧ ਲੋਕ ਆਧਾਰਿਤ ਹੀ ਰਹੇ ਹੋਣਗੇ। ਬਾਅਦ ਵਿੱਚ ਜਿਸ ਸਮੇਂ ਦਾ ਇਤਿਹਾਸ ਦੁਨੀਆ ਵਧੇਰੇ ਜਾਣਦੀ ਹੈ, ਇਹ ਬ੍ਰਾਹਮਣਵਾਦ ਵਿੱਚ ਰਲਗੱਡ ਹੋ ਗਿਆ ਤੇ ਲੋਕ ਵਿਰੋਧੀ ਤੱਥਾਂ ਦੀ ਇਸ ਵਿੱਚ ਭਰਮਾਰ ਹੋ ਗਈ, ਜਿਸ ਕਾਰਨ ਇਸ ਦੇ ਧਰਮ ਅਸਥਾਨ ਸੇਵਾ ਸੰਭਾਲ ਬਾਰੇ ਵਿਚਾਰ ਕਰਨਾ ਲਾਹੇਵੰਦ ਨਹੀਂ ਰਹੇਗਾ। ਬ੍ਰਾਹਮਣਵਾਦ ਵਿੱਚ, ਜੋ ਕਿ ਕਈ ਸਦੀਆਂ ਤੋਂ ਹਿੰਦੂ ਧਰਮ ਉੱਤੇ ਹਾਵੀ ਹੋ ਕੇ ਇਸ ਦਾ ਸਮਾਨਾਰਥਕ ਬਣ ਗਿਆ ਹੈ, ਲੋਕ ਪੱਖੀ ਤੱਥਾਂ ਦੀ ਪਛਾਣ ਕਰਨਾ ਤਾਂ ਨਿਰਾ ਕੱਟਿਆਂ ਵਾਲੇ ਘਰੋਂ ਲੱਸੀ ਲੱਭਣਾ ਹੈ। ਇਸ ਪਰਿਖੇਪ ਵਿੱਚ ਸਿੱਖ ਧਰਮ ਸਥਾਨਾਂ ਦੇ ਪ੍ਰਬੰਧ ਲਈ ਲੋਕਤੰਤਰ ਆਧਾਰਿਤ ਸੰਸਥਾ ਹੋਣਾ ਗੌਰਵਮਈ ਹੀ ਹੈ। ਦਸ਼ਮੇਸ਼ ਦਾ ਬਿਰਧ ਵੀ ਤਾਂ ਸੀ, ਰਚ ਦੀਨੋ ਖਾਲਸਾ ਜਗਤ ਕੋ ਦੇਨ ਸੰਤ। ਮਤ ਕੋਈ ਸਮਝੇ ਕਿ ਇਹ ਅੰਗਰੇਜ਼ਾਂ ਦੀ ਮਿਹਰਬਾਨੀ ਦਾ ਪ੍ਰਗਟਾਵਾ ਸੀ। ਸਿੱਖਾਂ ਨੇ ਇਹ ਲੋਕਤੰਤਰਿਕ ਹੱਕ 600 ਸ਼ਹੀਦੀਆਂ ਦੇ ਕੇ ਅਤੇ ਘੱਟੋ ਘੱਟ 45,000 ਲੋਕਾਂ ਨੂੰ ਜੇਲ੍ਹ ਭੇਜ ਕੇ ਖੋਇਆ ਸੀ, ਪਰ ਅਜੇ ਵੀ ਸ਼੍ਰੋਮਣੀ ਕਮੇਟੀ ਬਣ ਨਾ ਸਕਦੀ ਜੇ ਕਦੇ ਮਦਨ ਮੋਹਨ ਮਾਲਵੀਆ ਅਤੇ ਮੁਹੰਮਦ ਅਲੀ ਜਿਨਾਹ, ਜੋ ਉਸ ਸਮੇਂ ਸੈਂਟਰਲ ਲੈਜਿਸਲੇਟਿਵ ਅਸੈਂਬਲੀ ਦੇ ਮੈਂਬਰ ਸਨ, ਅਕਾਲੀਆਂ ਨਾਲ ਮਿਲ ਕੇ ਅਕਾਲੀਆਂ ਦੀ ਮਰਜ਼ੀ ਦਾ ਸਰਬ ਹਿੰਦ ਗੁਰਦੁਆਰਾ ਬਿੱਲ ਤਿਆਰ ਨਾ ਕਰ ਲੈਂਦੇ। ਇਸ ਅਧੀਨ ਕੁਝ ਹਿੰਦੁਸਤਾਨ ਦੇ ਗੁਰਦੁਆਰੇ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠ ਆ ਜਾਣੇ ਸਨ। ਇਸ ਵੱਡੀ ਬਲਾ ਨੂੰ ਟਾਲਣ ਲਈ ਹੇਲੀ ਨੇ ਮੋਗੇ ਤੋਂ ਪੰਜਾਬ ਅਸੈਂਬਲੀ ਦੇ ਮੈਂਬਰ ਤਾਰਾ ਸਿੰਘ ਨੂੰ ਆਖ ਕੇ ਕਾਲ ਵਿੱਚ ਮੌਜੂਦਾ ਗੁਰਦੁਆਰਾ ਐਕਟ ਦਾ ਆਧਾਰ ਬਿੱਲ ਪੰਜਾਬ ਲੈਜਿਸਲੇਟਿਵ ਕਾਉਂਸਲ ਵਿੱਚ ਦਾਖਲ ਕਰਵਾਇਆ। ਸਦਾ ਵਾਂਗ ਆਪਸੀ ਧੜੇਬੰਦੀ ਅਤੇ ਖਹਿਬਾਜ਼ੀ ਵਿੱਚ ਗਲਤਾਨ ਅਕਾਲੀ ਗੌਰ ਹੀ ਨਾ ਕਰ ਸਕੇ ਕਿ ਉਹਨਾਂ ਅਣਗਹਿਲੀ ਕਾਰਨ ਸੁੱਤੇ ਸਿੱਧ ਹੀ ਕੀ ਕੁਝ ਗੁਆ ਲਿਆ ਹੈ। ਜੇ ਇੱਕ ਵੀ ਸਤਰਕ ਆਗੂ ਹੁੰਦਾ ਤਾਂ ਕੁੱਲ ਹਿੰਦ ਗੁਰਦੁਆਰਾ ਐਕਟ, ਜਿਸ ਲਈ ਇਹ ਪਿਛਲੇ 50 ਸਾਲਾਂ ਤੋਂ ਕੇਂਦਰੀ ਸਰਕਾਰ ਦੀਆਂ ਮਿੰਨਤਾਂ ਕਰ ਰਹੇ ਹਨ, ਇਹਨਾਂ ਨੂੰ ਅੱਜ ਤੋਂ 72 ਸਾਲ ਪਹਿਲਾਂ 1925 ਵਿੱਚ ਸਹਿਜੇ ਹੀ ਮਿਲ ਜਾਣਾ ਸੀ। ਅਜੋਕੇ ਇਤਿਹਾਸ ਦਾ ਅਕਾਲੀਆਂ ਨਾਲ ਇਹ ਪਹਿਲਾ ਠੱਠਾ ਸੀ ਕਿ ਇਹ ਕਦੇ ਵੀ ਉਪਰੋਕਤ ਦੋਨਾਂ ਸੱਜਣਾਂ ਨੂੰ, ਖਾਸ ਕਰ ਜਿਨ੍ਹਾਂ ਨੂੰ ਸ਼੍ਰੋਮਣੀ ਕਮੇਟੀ ਦੇ ਅਸਲ ਦਾਏ ਤਸਲੀਮ ਕਰਨਗੇ। ਉਪਰੋਕਤ ਸੰਦਰਭ ਵਿੱਚ ਇਹੋ ਪ੍ਰਵਾਨ ਕਰਨਾ ਬਣਦਾ ਹੈ ਕਿ ਸ਼੍ਰੋਮਣੀ ਕਮੇਟੀ ਦਾ ਜਮਹੂਰੀ ਖਾਸਾ ਇੱਕ ਗੌਰਵਮਈ ਤੱਥ ਹੈ। ਇੱਥੇ ਤਾਂ ਸੰਭਵ ਨਹੀਂ, ਪਰ ਇਸ ਵਿਚਾਰ ਦਾ ਨਿੱਘਰ ਸਮਰਥਨ ਐਨ ਸੰਭਵ ਹੈ ਕਿ ਇਹ ਖਾਸਾ ਸਿੱਖ ਧਰਮ ਦੇ ਮੁੱਢਲੇ ਅਸੂਲਾਂ ਦੇ ਅਨੁਕੂਲ ਹੈ। ਹੁਣ ਚੋਣਾਂ ਦੇ ਸਬੰਧ ਵਿੱਚ ਸ਼੍ਰੋਮਣੀ ਕਮੇਟੀ ਦਾ ਹਰ ਪੱਖੋਂ ਮੁਲਾਂਕਣ ਹੋਣਾ ਚਾਹੀਦਾ ਹੈ। ਇੱਥੇ ਸਿਰਫ ਇਸ ਦੇ ਲੋਕ ਪੱਖੀ ਅਤੇ ਜਮਹੂਰੀ ਖਾਸੇ ਨੂੰ ਮੁੱਖ ਰੱਖ ਕੇ ਮੁਲਾਂਕਣ ਕੀਤਾ ਜਾ ਰਿਹਾ ਹੈ। ਅੰਗਰੇਜ਼ ਹਕੂਮਤ ਸ਼੍ਰੋਮਣੀ ਕਮੇਟੀ ਬਣਾਉਣ ਦੇ ਵਿਰੁੱਧ ਸੀ ਅਤੇ ਅਖੀਰ ਤੱਕ ਸਾਮਰਾਜੀ ਹੱਥਕੰਡੇ ਵਰਤ ਕੇ 1925 ਤੱਕ ਇਸ ਨੂੰ ਟਾਲਦਾ ਰਿਹਾ, ਪਰੰਤੂ ਜਦੋਂ ਉਸ ਨੇ ਇਸ ਨੂੰ ਬਣਾਉਣਾ ਪ੍ਰਵਾਨ ਕਰ ਲਿਆ ਤਾਂ ਪੂਰੀ ਇਮਾਨਦਾਰੀ ਨਾਲ ਇਸ ਸੰਬੰਧੀ ਬਣੇ ਕਾਨੂੰਨ ਦੀ ਪਾਲਣਾ ਕਰਦਾ ਰਿਹਾ। 1925 ਤੋਂ ਲੈ ਕੇ 1944 ਤੱਕ ਦੇ 21 ਸਾਲਾਂ ਵਿੱਚ ਕਮੇਟੀ ਦੀਆਂ 6 ਵਾਰ ਚੋਣਾਂ ਹੋਣੀਆਂ ਚਾਹੀਦੀਆਂ ਸਨ ਅਤੇ ਇਹ ਬਾਕਾਇਦਾ 1926, 1930, 1933, 1936 ਅਤੇ 1939 ਵਿੱਚ ਹੋਈਆਂ। 3 ਸਾਲਾਂ ਤੋਂ 5 ਸਾਲਾਂ ਤੱਕ ਜੀਵਨ ਕਾਲ ਵਧਾਏ ਜਾਣ ਕਾਰਨ ਅਗਲੀ ਚੋਣ 1944 ਵਿੱਚ ਸੀ ਅਤੇ ਉਹ ਹੋਈ। ਅੰਗਰੇਜ਼ਾਂ ਨੇ ਕਦੇ ਆਲਮੀ ਜੰਗ ਦਾ ਬਹਾਨਾ ਲਾ ਕੇ ਚੋਣ ਪਿੱਛੇ ਨਾ ਪਾਈ। 1947 ਵਿੱਚ ਆਪਣੀ ਜਮਹੂਰੀ ਸਰਕਾਰ ਦਾ ਯੁੱਗ ਸ਼ੁਰੂ ਹੁੰਦਾ ਹੈ, ਜੋ ਸਾਮਰਾਜ ਦਾ ਖਾਤਮਾ ਕਰਕੇ ਹੋਂਦ ਵਿੱਚ ਆਈ ਸੀ। 1947 ਤੋਂ ਹੀ ਹਾਲਾਤ ਦਾ ਨਾਟਕੀ ਮੋੜ ਸ਼ੁਰੂ ਹੁੰਦਾ ਹੈ। 1950 ਦੀਆਂ ਚੋਣਾਂ ਮੁਲਤਵੀ ਕਰਨ ਲਈ ਪੰਜਾਬ ਦੀ ਵੰਡ ਦਾ ਬਹਾਨਾ ਮੌਜੂਦ ਸੀ ਹੀ, ਸੋ ਸਮੇਂ ਸਿਰ ਚੋਣਾਂ ਨਾ ਹੋ ਸਕੀਆਂ।
ਕੇਵਲ 1955, 1960 ਅਤੇ 1965 ਦੀਆਂ ਚੋਣਾਂ ਹੀ ਸਮੇਂ ਸਿਰ ਕਾਨੂੰਨ ਅਨੁਸਾਰ ਹੋ ਸਕੀਆਂ। ਇਸ ਗੱਲ ਦੇ ਇਸ਼ਾਰੇ ਇਤਿਹਾਸ ਵਿੱਚ ਹਨ ਕਿ ਸ਼ਾਇਦ ਮਾਸਟਰ ਤਾਰਾ ਸਿੰਘ ਨੂੰ ਸ਼੍ਰੋਮਣੀ ਕਮੇਟੀ ਦੇ ਛਣਕਣੇ ਨਾਲ ਵਰਾਉਣ ਦੀ ਨੀਤੀ ਅਧੀਨ ਹੀ ਕਾਨੂੰਨ ਦੀ ਪਾਲਣਾ ਕੀਤੀ ਗਈ, ਪਰ ਉਹ ਗੁਰਸਿੱਖ ਸੱਜਣ ਸੀ ਜੋ ਗੁਰੂ ਕੀ ਕੌਡੀ ਨੂੰ ਪਾਰੇ ਤੁਲ ਜਾਣਦਾ ਸੀ। ਸ਼੍ਰੋਮਣੀ ਕਮੇਟੀ ਉਸ ਲਈ ਲੁੱਟ-ਮਾਰ ਦਾ ਮੌਕਾ ਨਹੀਂ ਸੀ, ਬਲਕਿ ਅੱਗਾ ਸਵਾਰਨ ਲਈ ਸੇਵਾ ਦਾ ਮਹਾਯੱਗ ਸੀ। ਕਈ ਵਾਰ ਉਹ ਘੰਟਿਆਂ ਬੱਧੀ ਵਰਦੇ ਮੀਂਹ ਦੇ ਬੰਦ ਹੋਣ ਨੂੰ ਉਡੀਕਦਾ ਰਹਿੰਦਾ, ਪਰ ਆਪਣੇ ਘਰ ਵਾਪਸ ਜਾਣ ਲਈ ਸ਼੍ਰੋਮਣੀ ਕਮੇਟੀ ਦੀ ਇੱਕੋ ਇੱਕ ਜੀਪ ਨਾ ਵਰਤਦਾ। ਕਹਿ ਦਿੰਦਾ, ਸਹੇ ਨੂੰ ਨਹੀਂ ਪਹੇ ਨੂੰ ਰੋਂਦੇ ਹਾਂ। ਅੱਜ ਹਰ ਛੋਟੇ-ਮੋਟੇ ਮੁਲਾਜ਼ਮ ਨੂੰ ਸ਼੍ਰੋਮਣੀ ਕਮੇਟੀ ਦੇ ਖਰਚੇ ਉੱਤੇ ਏਅਰ ਕੰਡੀਸ਼ਨ ਕਾਰ ਹਾਸਲ ਹੈ। ਸੁਣਿਆ ਕਿ ਸ਼੍ਰੋਮਣੀ ਕਮੇਟੀ ਦੇ ਪੈਟਰੋਲ ਨਾਲ ਪ੍ਰਧਾਨ ਦੀ ਕਾਰ ਘੱਟੋ-ਘੱਟ 200 ਮੀਲ ਦਾ ਸਫ਼ਰ ਰੋਜ਼ ਕਰਦੀ ਹੈ। ਮਾਸਟਰ ਨਾਲ ਦਾਲ ਗਲਦੀ ਨਾ ਵੇਖ ਕੇ ਹਿੰਦੂ ਦੀ ਕਾਂਗਰਸ ਸਰਕਾਰ ਨੇ ਪ੍ਰਤਾਪ ਸਿੰਘ ਅਤੇ ਮੋਹਨ ਲਾਲ ਸੁਖਾਡੀਆਂ ਨਾਲ ਮਿਲ ਕੇ ਫਤਿਹ ਸਿੰਘ ਪੈਦਾ ਕੀਤਾ। ਹੈਰਾਨੀ ਦੀ ਗੱਲ ਨਹੀਂ ਕਿ ਫਤਿਹ ਸਿੰਘ ਅਤੇ ਉਸ ਦੀ ਉਮਤ ਦਾ ਕਬਜ਼ਾ ਹੋਣ ਤੋਂ ਬਾਅਦ ਕਾਂਗਰਸ ਸਰਕਾਰ ਨੇ ਕਦੇ ਵੀ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਨਹੀਂ ਕਰਵਾਈਆਂ। ਪਿਛਲੇ 30 ਸਾਲਾਂ ਵਿੱਚ ਕੇਵਲ ਇੱਕ ਵਾਰੀ ਚੋਣ ਹੋਈ। ਸੰਤ ਫਤਿਹ ਸਿੰਘ ਦੀ ਸਿੱਖ ਸਿਆਸਤ ਵਿੱਚ ਆਮਦ ਸਿੱਖਾਂ ਦੇ ਵਿਸ਼ੇਸ਼ ਸਿਆਸੀ ਦਾਅਵੇ ਛੱਡਣ ਨਾਲ, ਲੰਗੜਾ ਲੂਲਾ ਪੰਜਾਬੀ ਸੂਬਾ ਪ੍ਰਵਾਨ ਕਰਨ ਨਾਲ ਹੁੰਦੀ ਹੈ। ਜਾਪਦਾ ਹੈ ਕਿ ਉਸਨੇ ਆਪਣੀ ਉਮਤ ਲਈ ਬਦਲੇ ਵਿੱਚ ਸ਼੍ਰੋਮਣੀ ਕਮੇਟੀ ਦੀ ਸਦੀਵੀ ਸਰਦਾਰੀ ਦੀ ਮੰਗ ਕੀਤੀ। ਇੰਦਰਾ ਗਾਂਧੀ ਦੀ ਮਿਹਰਬਾਨੀ ਨਾਲ ਉਸਦੀ ਇਹ ਮੰਗ ਮੰਨ ਲਈ ਗਈ ਅਤੇ ਅੱਜ ਤੱਕ ਇਸ ਉੱਤੇ ਅਮਲ ਜਾਰੀ ਹੈ। ਫਤਿਹ ਸਿੰਘ ਦੇ ਚਾਟੜੇ ਚੁਣੇ ਮਹੰਤ ਬਣ ਕੇ ਸ਼੍ਰੋਮਣੀ ਕਮੇਟੀ ਉੱਤੇ ਲਗਾਤਾਰ ਕਾਬਜ਼ ਹਨ। ਇਸ ਅਣਲਿਖੇ ਸਮਝੌਤੇ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ 1970, 1975, 1980, 1985, 1990 ਅਤੇ 1995 ਵਿੱਚ ਹੋਣੀਆਂ ਸਨ, ਪਰ ਨਾ ਹੋ ਸਕੀਆਂ। 1995 ਵਿੱਚ ਤਾਂ ਹਾਈ ਕੋਰਟ ਦੇ ਹੁਕਮ ਦੇ ਬਾਵਜੂਦ ਨਾ ਹੋ ਸਕੀਆਂ, ਕਿਉਂਕਿ ਅਜੇ ਕੇਂਦਰ ਵਿੱਚ ਕਾਂਗਰਸ ਹਕੂਮਤ ਕਾਇਮ ਸੀ। ਵੇਖੋ ਕਰਨੀ ਰੱਬ ਦੀ ਜਾਂ ਬਰਕਤ ਸਮਝੌਤੇ ਦੀ ਕਿ ਇਸ ਸਾਰੇ ਸਮੇਂ ਵਿੱਚ ਚੋਣਾਂ ਕੇਵਲ 1979 ਵਿੱਚ ਹੋ ਸਕੀਆਂ ਅਤੇ ਉਦੋਂ ਕੇਂਦਰ ਵਿੱਚ ਕਾਂਗਰਸ ਦਾ ਰਾਜ ਨਹੀਂ ਸੀ। ਕੇਂਦਰ ਦੀ ਕਾਂਗਰਸ ਸਰਕਾਰ ਨੇ ਆਪਣੇ ਚਹੇਤੇ ਪੂਰਨ ਆਗਿਆਕਾਰੀ ਹਮਖਿਆਲ ਅਕਾਲੀ ਸਿਆਸਤਦਾਨਾਂ ਨੂੰ ਨਿਵਾਜਣ ਲਈ ਸ਼੍ਰੋਮਣੀ ਕਮੇਟੀ ਦਾ ਲੋਕਰਾਜੀ ਚਿਹਰਾ ਕਰਤੂਤਾਂ ਦੀ ਹੱਦ ਤੱਕ ਵਿਲੁੰਦਰਿਆ। ਜੇ ਆਪਣੇ ਧੜੇ ਖੜੇ ਕਰਕੇ ਮਾਸਟਰ ਜੀ ਨੂੰ ਪ੍ਰਧਾਨਗੀ ਚੋਣਾਂ ਵਿੱਚ ਹਰਾਉਣ ਦੇ ਅਮਲਾਂ ਨੂੰ ਛੱਡ ਵੀ ਦਈਏ ਤਾਂ ਚੋਣਾਂ ਨਾ ਕਰਵਾਉਣਾ ਇਸ ਕਮੇਟੀ ਦੇ ਖਾਸੇ ਨੂੰ ਖੋਰਨ ਵਾਲਾ ਵੱਡਾ ਨਿਗਰ ਕਦਮ ਕਿਹਾ ਜਾ ਸਕਦਾ ਹੈ। ਜੇ ਅੱਜ ਕੇਂਦਰ ਵਿੱਚ ਕਾਂਗਰਸ ਸਰਕਾਰ ਹੁੰਦੀ ਤਾਂ ਕੀ 1996 ਵਿੱਚ ਚੋਣਾਂ ਹੋ ਸਕਦੀਆਂ? ਫੇਰੂਮਾਨ ਤਿਲ-ਤਿਲ ਕੱਟ ਕੇ ਸ਼ਹੀਦ ਹੋਏ। ਕਪੂਰ ਸਿੰਘ ਸਾਰੀ ਉਮਰ ਨੰਗੇ ਧੜੇ ਜੂਝਦਾ ਰਿਹਾ। ਪਾਣੀ ਲੁੱਟੇ ਗਏ, ਮੋਰਚੇ ਤਬਾਹ ਹੋਏ, ਸਿੱਖਾਂ ਦੀਆਂ ਪੱਗਾਂ ਲੱਥੀਆਂ, ਲਾਇਬ੍ਰੇਰੀਆਂ ਸੜੀਆਂ, ਤੋਸ਼ੇਖਾਨੇ ਬਰਬਾਦ ਹੋਏ, ਦਰਬਾਰ ਗੋਲੀਆਂ ਨਾਲ ਵਿੰਨੇ ਗਏ, ਤਖਤ ਮਲੀਆ ਮੇਟ ਕੀਤੇ ਗਏ, ਸਾਧੂ ਸੰਤ ਗ੍ਰੰਥੀ ਸੇਵਾਦਾਰ ਮਾਰੇ, ਹਜ਼ਾਰਾਂ ਨਹੀਂ ਲੱਖਾਂ ਸ਼ਹੀਦੀਆਂ ਹੋਈਆਂ, ਪਰ ਕਾਂਗਰਸ ਨੇ ਫਤਿਹ ਸਿੰਘ ਅਤੇ ਉਸਦੇ ਚਾਟੜਿਆਂ ਨੂੰ ਹਰ ਹਾਲ ਹਰ ਦੌਰ ਵਿੱਚ ਸ਼੍ਰੋਮਣੀ ਕਮੇਟੀ ਦੀ ਸਰਦਾਰੀ ਉੱਤੇ ਕਾਇਮ ਰੱਖਿਆ। ਸਿੱਖ ਧਰਮ ਨੂੰ ਮੋੜਾ ਦੇ ਕੇ ਬ੍ਰਾਹਮਣਵਾਦ ਦੀ ਝੋਲੀ ਵੀ ਤਾਂ ਇਹਨਾਂ ਹੀ ਪਾਉਣਾ ਸੀ। ਸਿੱਖਾਂ ਨੂੰ ਸਿਆਸੀ ਗੁਲਾਮੀ ਦੀ ਪੰਜਾਲੀ ਵਿੱਚ ਗਰਦਨ ਪਾਉਣ ਲਈ ਵੀ ਤਾਂ ਇਹਨਾਂ ਹੀ ਤਿਆਰ ਕਰਨਾ ਸੀ। ਗੋਲਕਾਂ ਲੁੱਟਣ ਦੀ ਖੁੱਲ੍ਹੀ ਛੁੱਟੀ ਇਹਨਾਂ ਨੂੰ ਕਿਉਂ ਨਾ ਦਿੱਤੀ ਜਾਂਦੀ? ਇਉਂ ਸ਼੍ਰੋਮਣੀ ਕਮੇਟੀ ਦਾ ਲੋਕਤਾਂਤਰਿਕ ਮੁਹਾਂਦਰਾ ਵਿਗੜਨਾ ਇਹਨਾਂ ਦੀ ਵੀ ਗੂੜੀ ਤੋਂ ਗੂੜੀ ਸਿਆਸੀ ਲੋੜ ਬਣਦੀ ਗਈ। ਇਸ ਅਮਲ ਵਿੱਚ ਪੁੰਨ ਵੀ ਸੀ ਤੇ ਫਲੀਆਂ ਵੀ। ਪੁੰਨ ਤਾਂ ਇਹ ਸੀ ਕਿ ਨਿਸੱਤੀ ਨਿਤਾਣੀ ਕੀਤੀ ਗਈ ਸਿੱਖ ਕੌਮ ਦੀ ਸਰਦਾਰੀ ਦਾ ਭਰਮ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਬਣ ਕੇ ਪਾਲਣਾ ਸੰਭਵ ਸੀ। ਇਸ ਵਿੱਚੋਂ ਝੁੰਗੇ ਵਾਂਗ ਕਦੇ-ਕਦਾਈ ਥੋੜ ਚਿਰੀ ਅਕਾਲੀ ਸਰਕਾਰ ਵੀ ਕੱਢੀ ਜਾਂਦੀ ਰਹੀ ਤਾਂ ਕਿ ਸ਼੍ਰੋਮਣੀ ਕਮੇਟੀ ਤੋਂ ਬਾਹਰ ਰਹੇ ਅਕਾਲੀ ਨੇਤਾਵਾਂ ਨੂੰ ਵਜ਼ੀਰੀਆਂ, ਚੇਅਰਮੈਨੀਆਂ ਅਤੇ ਸਰਦਾਰੀਆਂ ਦੀ ਠੱਗ ਮੂਰੀ ਸੁੰਘਾਈ ਜਾ ਸਕੇ। ਇਉਂ ਸਹਿਜੇ-ਸਹਿਜੇ ਜਮਹੂਰੀ ਅਧਿਕਾਰ ਗਵਾਉਂਦੀ ਹੋਈ ਸਿੱਖ ਕੌਮ ਆਪਣੀ ਹੋਣੀ ਨੂੰ ਪਰਾਏ ਹੱਥੀਂ ਖੇਡਦੇ ਧੜੇਬਾਜ਼ ਖੁਦਗਰਜ਼ ਆਗੂਆਂ ਨੂੰ ਸੌਂਪਦੀ ਹੋਈ ਵੀ ਆਪਣੇ ਆਪ ਨੂੰ ਖੁਦਮੁਖਤਿਆਰ ਤਸੱਵਰ ਕਰਦੀ ਰਹੀ। ਇਹਨਾਂ 30 ਸਾਲਾਂ ਵਿੱਚ ਜੋ ਵੱਡਾ ਨੁਕਸਾਨ ਹੋਇਆ ਉਹ ਸ਼ਾਇਦ ਕਦੇ ਵੀ ਪੂਰਾ ਨਾ ਹੋ ਸਕੇ। ਸਿੱਖਾਂ ਵਿੱਚ ਅਨਪੜ੍ਹਤਾ ਫੈਲੀ ਜੋ ਅੱਜ ਕੱਲ੍ਹ ਪਤਿਤ ਪੁਣੇ ਵਿੱਚ ਵੱਟਦੀ ਜਾ ਰਹੀ ਹੈ। ਛੋਟੇ-ਮੋਟੇ ਮੱਠ
ਜਿਨ੍ਹਾਂ ਦੀ ਆਮਦਨ ਗੁਰਦੁਆਰਾ ਨਾਢਾ ਸਾਹਿਬ ਨਾਲੋਂ ਵੀ ਅੱਧੀ ਹੈ, ਦਰਜਨਾਂ ਵਿਦਿਅਕ ਸੰਸਥਾਵਾਂ ਸਿਰਜ ਚੁੱਕੇ ਹਨ ਅਤੇ ਸਿੱਖਾਂ ਸਮੇਤ ਲੱਖਾਂ ਸਿੱਖਿਆਰਥੀਆਂ ਨੂੰ ਵਿੱਦਿਆ ਦੇ ਰਹੇ ਹਨ। ਦਸ਼ਮੇਸ਼ ਦੀ ਕੌਮ, ਜਿਸ ਬਾਬਤ ਉਹਨਾਂ 1699 ਵਿੱਚ ਫਰਮਾਇਆ ਸੀ, ਬਾਲ ਬਿਰਧ ਸਭ ਸੋਧੇ ਪਠਾਵਾ, ਕੋਊ ਅਨਪੜ੍ਹ ਰਹਿਣ ਨਾ ਪਾਵਾ, ਅੱਜ ਲਿੰਗਾਇਤ ਅਤੇ ਸਾਖਤ ਮੱਠਾਂ ਉੱਤੇ ਵਿੱਦਿਆ ਦੀ ਭੀਖ ਲਈ ਝੋਲੀ ਅੱਡੀ ਖੜੀ ਹੈ। ਇੱਥੇ ਗੁਰਾਂ ਦੇ ਵਰਸਾਏ ਪੰਜਾਬ ਵਿੱਚ ਕਿਸੇ ਹੋਰ ਵੱਲੋਂ ਜ਼ਿਲ੍ਹੇਵਾਰ ਸਾਖਰਤਾ ਮੁਹਿੰਮ ਚਲਾਈ ਜਾ ਰਹੀ ਹੈ। ਗੁਰੂਸਰ ਦੇ ਹੰਸ ਛੱਪੜੀਆਂ ਉੱਤੇ ਡੱਡਾ ਖਾ ਰਹੇ ਹਨ। ਇਹ ਦਿਨ ਵੀ ਵੇਖਣੇ ਸਨ ਜੋ ਸ਼੍ਰੋਮਣੀ ਕਮੇਟੀ ਜਮਹੂਰੀ ਹੱਥਾਂ ਵਿੱਚ ਹੁੰਦੀ ਤਾਂ ਅੱਜ ਵੀ ਇੱਥੇ ਕੋਈ ਅਨਪੜ੍ਹ ਰਹਿਣ ਨਾ ਪਾਉਂਦਾ, ਕੋਈ ਬੇਰੁਜ਼ਗਾਰ ਨਾ ਹੁੰਦਾ, ਪੂਰੇ ਭਾਰਤ ਵਿੱਚ ਅੱਖਰ ਗਿਆਨ ਦਾ ਦਾਤਾ ਖਾਲਸਾ ਪੰਥ ਹੁੰਦਾ। ਇਸ ਗੈਰ ਜਮਹੂਰੀ ਰੰਗਤ ਦਾ ਨਾਜਾਇਜ਼ ਕਬਜ਼ੇ ਦਾ ਦੂਜਾ ਨਤੀਜਾ ਇਹ ਨਿਕਲਿਆ ਕਿ ਅਜ਼ੀਮ ਇਮਾਰਤਾਂ, ਗੁਰ ਨਿਸ਼ਾਨੀਆਂ, ਗੁਰ ਪਰਿਵਾਰ, ਚਰਨ ਛੂ ਪ੍ਰਾਪਤ ਮੁਕੱਦਸ ਥਾਵਾਂ ਖਤਮ ਕਰ ਦਿੱਤੀਆਂ ਗਈਆਂ। ਠੰਡਾ ਬੁਰਜ, ਜੋਤੀ ਸਰੂਪ, ਬਹਾਦਰਗੜ੍ਹ, ਚਮਕੌਰ ਦੀ ਕੱਚੀ ਗੜੀ ਆਦਿ ਸਭ ਢਾਹ ਦਿੱਤੀਆਂ ਗਈਆਂ। ਅਕਾਲ ਤਖਤ ਢਾਉਣ ਵਾਲੇ ਬੇਗਾਨਿਆਂ ਤਾਂ ਸਿੱਖ ਪੰਥ ਦੇ ਕਾਲਜੇ ਨੂੰ ਹੱਥ ਪਾਇਆ ਸੀ, ਪਰ ਸਿੱਖ ਧਰਮ ਨੂੰ ਨਿਰਜਿੰਦ ਕਰਨ ਦੀ ਤੀਬਰ ਚਾਹ ਰੱਖਣ ਵਾਲੇ ਆਪਣਿਆਂ ਤਾਂ ਇਸ ਦੇ ਪੋਟੇ-ਪੋਟੇ ਨੂੰ ਨੋਚਿਆ, ਖੂਨ ਦਾ ਕਤਰਾ ਕਤਰਾ ਵਹਾਇਆ। ਸਾਰੀਆਂ ਇਤਿਹਾਸਕ ਯਾਦਗਾਰਾਂ ਆਪਣੇ ਹੱਥੀਂ ਤਬਾਹ ਕਰਕੇ ਸਿੱਖ ਕੌਮ ਦਾ ਵੱਡਾ ਨੁਕਸਾਨ ਕਰਨ ਵਾਲੇ ਅਜੇ ਵੀ ਆਪਣੇ ਆਪ ਨੂੰ ਸਿੱਖਾਂ ਦੇ ਵੱਡੇ ਖੈਰਖਾਹ ਪ੍ਰਚਾਰਦੇ ਹਨ। ਹੋਰ ਘਾਟਾ ਇਹ ਪਿਆ ਕਿ ਕੌਮ ਵਿੱਚ ਇਖਲਾਕੀ ਨਿਘਾਰ ਆਇਆ। ਸੇਵਾ ਲਈ ਸਿਰਜੀ ਕੌਮ ਦੇ ਡਾਕਟਰ ਬਿਮਾਰਾਂ ਨੂੰ ਕੋਹੰਦੇ ਤੇ ਲਾਸ਼ਾਂ ਦਾ ਮੁੱਲ ਵੜਦੇ ਹਨ। ਪਰਾਏ ਹੱਕਾਂ ਲਈ ਸਿਰ ਧੜ ਦੀ ਬਾਜ਼ੀ ਲਾਉਣ ਵਾਲੀ ਕੌਮ ਦੇ ਵਾਰਸ ਵੱਡੀਆਂ ਲੈ ਕੇ ਅਨਿਆਂ ਕਰ ਰਹੇ ਹਨ। ਇਖਲਾਕ ਕਿਵੇਂ ਕਾਇਮ ਰਹੇ ਜੇ ਅੱਖਰ ਅੱਖਰ ਉੱਤੇ ਮੁਹਰ ਰੱਖ ਕੇ ਵਿੱਦਿਆ ਹਾਸਲ ਕਰਨੀ ਪਵੇ। ਬੇਈਮਾਨਾਂ, ਵੱਡੀ ਖੋਰਾਂ ਦਾ ਕੋਈ ਦੀਨ ਧਰਮ ਨਹੀਂ ਹੁੰਦਾ। ਇਸ ਲਈ ਇਖਲਾਕੀ ਸਰਮਾਇਆ ਲੁਟਾ ਚੁੱਕੀ ਕੌਮ ਪਤਿਤਪੁਣੇ ਦੀ ਲਪੇਟ ਵਿੱਚ ਆ ਚੁੱਕੀ ਹੈ। ਗੁਰੂ ਕੀ ਕੌਡੀ ਅਰਥਾਤ ਪਬਲਿਕ ਸਰਮਾਏ ਨੂੰ ਜ਼ਹਿਰ ਅਤੇ ਪਾਰਾ ਸਮਝਣ ਵਾਲੇ ਸਿੱਖਾਂ ਵਿੱਚ ਇੱਕ ਪਾਸੇ ਗੁਰਦੁਆਰੇ ਦੇ ਧਨ ਆਸਰੇ ਮਹਿਲ ਉਸਾਰਨ ਦੀ ਰੁਚੀ ਜ਼ੋਰ ਫੜ ਰਹੀ ਹੈ ਤੇ ਦੂਜੇ ਪਾਸੇ ਕਿਰਤ ਨਾ ਕਰਨ ਵਾਲੇ ਵੇਲੜਾਂ ਦੀ ਜਮਾਤ ਪੈਦਾ ਹੋ ਰਹੀ ਹੈ ਜੋ ਗੁਰੂ ਸੇਵਾ ਦੇ ਸੰਕਲਪ ਨੂੰ ਗੁਰਦੁਆਰਿਆਂ ਦੇ ਧਨ ਉੱਤੇ ਪਲਣ ਦਾ ਸਮਾਨਾਰਥ ਸਮਝਦੇ ਹਨ। ਥੋੜੇ ਦਿਨਾਂ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਮਹੂਰੀ ਖਾਸੇ ਨੂੰ ਬਹਾਲ ਕਰਨ ਦਾ ਇੱਕ ਵੱਡਮੁੱਲਾ ਅਤੇ ਦੁਰਲਭ ਮੌਕਾ ਸਿੱਖ ਸੰਗਤਾਂ ਦੇ ਹੱਥ ਚੋਣਾਂ ਦੇ ਰੂਪ ਵਿੱਚ ਆਉਣ ਵਾਲਾ ਹੈ ਕਿ ਸਿੱਖ ਕੌਮ ਇਸ ਦੀ ਭਰਪੂਰ ਸਦਵਰਤੋਂ ਕਰਕੇ ਇਸ ਰਾਹੀਂ ਆਪਣੀ ਹੋਣੀ ਆਪਣੇ ਹੱਥਾਂ ਵਿੱਚ ਲੈਣ ਲਈ ਸਫਲ ਹੋਵੇਗੀ ਜਾਂ ਫਿਰ ਮੌਕਾ ਖੁੰਝਾ ਕੇ ਸਦਾ ਲਈ ਹੱਥ ਮਲਦੀ ਰਹਿ ਜਾਏਗੀ ਕਿ ਪੰਥ ਕੂਕਦੇ ਪਿੰਡਰਾਂ ਵਾਲਿਆਂ ਦੇ ਨਾਂ ਦੀਆਂ ਕੁਰਲੀਆਂ ਕਦੇ ਸਿਮਰਨਜੀਤ ਸਿੰਘ ਵਰਗੇ ਨਾ ਅਹਿਲ ਆਗੂ ਲੋਕਾਂ ਦਾ ਧਿਆਨ ਅਸਲ ਮੁੱਦਿਆਂ ਵੱਲ ਆਉਣ ਦੇਣਗੇ ਜਾਂ ਇਹਨਾਂ ਸਾਦਾ ਦਿਲ ਗੁਰੂ ਪਿਆਰਿਆਂ ਨੂੰ 3 ਫੁੱਟੀਆਂ ਕਿਰਪਾਨਾਂ ਤੇ ਬਰਛੀਆਂ ਦੀ ਚਕਾਚੌਂਧ ਵਿੱਚ ਉਲਝਾਈ ਰੱਖਣਗੇ ਕਿ ਸਿੱਖ ਹਰ ਕਿਸਮ ਦੇ ਜਜ਼ਬਾਤੀ ਬਲੈਕਮੇਲ ਤੋਂ ਬਚ ਸਕਣਗੇ। ਅੱਜ ਸ਼੍ਰੋਮਣੀ ਕਮੇਟੀ ਦੀ ਜਮਹੂਰੀਅਤ ਬਹਾਲ ਕਰਨ ਵੱਲ ਚੁੱਕਿਆ ਸਾਰਥਕ ਕਦਮ ਇਹਨਾਂ ਨੂੰ ਏਸ਼ੀਆ ਦੇ ਚਾਨਣ ਮੁਨਾਰੇ ਵੀ ਸਥਾਪਿਤ ਕਰ ਸਕਦਾ ਹੈ ਅਤੇ ਇਸ ਪਹਿਲੂ ਤੋਂ ਵਿਖਾਈ ਕਮਜ਼ੋਰੀ ਇਹਨਾਂ ਨੂੰ ਸਿਵਿਆਂ ਦੇ ਰਾਹ ਵੀ ਤੋਰ ਸਕਦੀ ਹੈ। ਸੰਸਾਰ ਨੂੰ ਸਿੱਖਿਆ ਦੇਣ ਲਈ ਸਾਜੇ ਖਾਲਸੇ ਦੀ ਹੋਣੀ ਭਵਿੱਖ ਦੀ ਕੁੱਖ ਵਿੱਚ ਕੀ ਲੁਕਾਈ ਬੈਠੀ ਹੈ। ਕਿਤੇ ਸ਼੍ਰੋਮਣੀ ਕਮੇਟੀ ਨੂੰ ਸੁਹਿਰਦਤਾ ਨਾਲ ਸਿੱਖ ਪੰਥ ਦੇ ਪੈਰਾਂ ਦਾ ਪੈਖੜ ਅਤੇ ਗਲ ਦਾ ਡਹਿਆ ਸਮਝਣ ਵਾਲੇ ਤਰਲੋਚਨ ਸਿੰਘ ਵਰਗੇ ਵਿਦਵਾਨ ਸੱਚੇ ਹੀ ਤਾਂ ਸਾਬਤ ਨਾ ਹੋ ਜਾਣਗੇ। ਗੁਰੂ ਖੈਰ ਕਰੇ। ਜਨ ਨਾਨਕ ਸਰਣ ਤੁਮਾਰੀ। ਪਹਿਲਾਂ ਤਾਂ ਸਿੱਖਾਂ ਅਤੇ ਸਿੱਖੀ ਉੱਤੇ ਹਮਲੇ ਲੁਕਵੇਂ ਅਤੇ ਐਸੇ ਭੁਲੇਖਾ ਪਾਊ ਹੁੰਦੇ ਸਨ ਕਿ ਆਮ ਸਿਆਣਿਆਂ ਨੂੰ ਵੀ ਸਮਝਣ ਵਿੱਚ ਦੇਰ ਲੱਗਦੀ ਸੀ। ਪਰ ਜਦੋਂ ਦਾ ਸਿੱਖਾਂ ਨੇ ਅਕਾਲੀ ਦਲ ਅਤੇ ਸੰਤ ਜਰਨੈਲ ਸਿੰਘ ਖਾਲਸਾ ਜੀ ਦੀ ਰਹਿਨੁਮਾਈ ਹੇਠ ਸਿੱਖਾਂ ਦੀ ਅਣਖ ਬਹਾਲ ਕਰਨ ਖਾਤਰ ਅਤੇ ਪੰਜਾਬ ਦੇ ਹੱਕਾਂ ਨੂੰ ਪ੍ਰਾਪਤ ਕਰਨ ਲਈ ਮੋਰਚਾ ਲਾਇਆ ਹੈ, ਉਦੋਂ ਦਾ ਸਪਸ਼ਟ ਤੌਰ ਤੇ ਹਿੰਦੁਸਤਾਨ ਦਾ ਦਮ ਭਰਨ ਵਾਲੀ ਹਰ ਜਣੀ ਖਣੀ ਸਿੱਖਾਂ ਦਾ ਸਰਬਨਾਸ਼ ਕਰਨ ਲਈ ਯਤਨਸ਼ੀਲ ਹੈ।
ਇਹਨਾਂ ਦੀ ਕੁਚੇਸ਼ਟਾ ਪਿੱਛੇ ਐਨ ਉਹ ਮੰਦਭਾਵਨਾ ਕੰਮ ਕਰ ਰਹੀ ਹੈ ਜਿਹੜੀ ਕਿ ਸੋਮਨਾਥ ਦਾ ਮੰਦਰ ਭੰਨਣ ਵਾਲੇ ਮਹਿਮੂਦ ਬੁੱਤ ਸ਼ਿਕਨ ਦੀ ਸੀ। ਭਾਰਤ ਦੇ ਭੂਤਰੇ ਹੋਏ ਹਾਕਮ ਹੰਕਾਰੀ ਬਹੁਗਿਣਤੀ ਤੋਂ ਰਾਜਸੀ ਬਲ ਪ੍ਰਾਪਤ ਕਰਕੇ ਗੁਰੂ ਨਾਨਕ ਪਾਤਸ਼ਾਹ ਦੇ ਜੁਗੋ ਜੁਗ ਅਟਲ ਉਪਦੇਸ਼ਾਂ ਨੂੰ ਬੀਤੇ ਸਮੇਂ ਦੀ ਭੁੱਲੀ ਵਿਸਰੀ ਦਾਸਤਾਨ ਬਣਾਉਣਾ ਲੋਚਦੇ ਹਨ। ਇਉਂ ਇਹ ਜ਼ਾਲਮ ਮਨੁੱਖਤਾ ਦੀ ਇੱਕੋ ਇੱਕ ਟੇਕ ਨੂੰ ਨਸ਼ਟ ਭ੍ਰਸ਼ਟ ਕਰਕੇ ਸੰਸਾਰ ਦੇ ਸਦੀਵੀ ਕਲਿਆਣ ਦੇ ਸੋਮੇ ਨੂੰ ਬੰਦ ਕਰ ਦੇਣ ਦੀਆਂ ਵਿਉਂਤਾਂ ਬਣਾਈ ਬੈਠੇ ਹਨ। ਹਿੰਦੂ ਸਾਮਰਾਜ ਦੀ ਮੁਕੰਮਲ ਸਥਾਪਤੀ ਦੇ ਰਾਹ ਵਿੱਚ ਉਹਨਾਂ ਨੂੰ ਸਿੱਖੀ ਹੀ ਇੱਕੋ ਇੱਕ ਮਹਾਰੋਕ ਜਾਪਦੀ ਹੈ। ਇਹ ਅਗਿਆਨੀ ਇਸ ਨਿਗਰ ਸੱਚ ਤੋਂ ਉੱਕਾ ਬੇਖਬਰ ਹਨ ਕਿ ਹਿੰਦੂ ਸਾਮਰਾਜ ਨੂੰ ਸੁਰਜੀਤ ਕਰਨ ਦਾ ਨਤੀਜਾ ਨਿਸ਼ਚੇ ਹੀ ਹਿੰਦੁਸਤਾਨ ਨੂੰ ਖੇਰੋਂ ਖੇਰੋਂ ਕਰਨਾ ਹੀ ਨਿਕਲੇਗਾ। ਹੈਰਾਨੀ ਦੀ ਗੱਲ ਹੈ ਕਿ ਸਮੁੱਚਾ ਭਾਰਤ ਸਿੱਖਾਂ ਦਾ ਮਲੀਆ ਮੇਟ ਕਰਨ ਦੇ ਹੱਕ ਵਿੱਚ ਯਕ ਜ਼ੁਬਾਨ ਹੈ। ਅਜਿਹੀ ਕੁਚੇਸ਼ਟਾ ਦੀ ਪਹਿਲੀ ਕੜੀ ਸ੍ਰੀ ਦਰਬਾਰ ਸਾਹਿਬ ਦੀ ਬੇਅਦਬੀ ਕਰਨ ਨੂੰ ਮਿੱਥਿਆ ਗਿਆ ਹੈ। ਤਿਆਰੀ ਵਜੋਂ ਨਿਤ ਨਵੇਂ ਸੂਰਜ ਦਰਬਾਰ ਸਾਹਿਬ ਦੀ ਪਵਿੱਤਰ ਹਦੂਦ ਵਿੱਚ ਭਗੌੜਿਆਂ ਦੇ ਲੁਕੇ ਹੋਣ ਨੂੰ ਮੁੜ-ਮੁੜ ਪ੍ਰਚਾਰਿਆ ਜਾ ਰਿਹਾ ਹੈ। ਪੰਜਾਬ ਦੇ ਮੁੱਖ ਮੰਤਰੀ ਦਾ ਤਾਂ ਤਕੀਆ ਕਲਾਮ ਹੀ ਇਹ ਹੈ ਕਿ ਮੁਜਰਮ ਦਰਬਾਰ ਸਾਹਿਬ ਵਿੱਚ ਪਨਾਹ ਲੈ ਚੁੱਕੇ ਹਨ। ਹਾਲਾਂਕਿ ਉਹਨਾਂ ਦਾ ਆਪਣਾ ਪੁਲਿਸ ਜਰਨੈਲ 2 ਵਾਰ ਐਲਾਨ ਕਰ ਚੁੱਕਿਆ ਹੈ ਕਿ ਮੁਜਰਮਾਂ ਦੇ ਉੱਥੇ ਹੋਣ ਦਾ ਕੋਈ ਸਬੂਤ ਨਹੀਂ। ਪ੍ਰਧਾਨ ਮੰਤਰੀ ਤੱਕ ਐਸੇ ਵਿਸ਼ੇ ਬਾਰੇ ਫਿਕਰਮੰਦ ਹੋਣ ਦੇ ਚਰਚੇ ਸ਼ਰੇਆਮ ਕਰਵਾ ਚੁੱਕੇ ਹਨ। ਪਾਰਲੀਮੈਂਟ ਵਿੱਚ ਇਸ ਬਾਰੇ ਭਖਵੀਂ ਬਹਿਸ ਹੋ ਚੁੱਕੀ ਹੈ। ਲੋਕ ਸਭਾ ਵਿੱਚ ਫਿਰਕਾ ਪ੍ਰਸਤੀ ਦਾ ਲਾਵਾ ਗੱਜ-ਗੱਜ ਕੇ ਫਟਿਆ ਹੈ ਅਤੇ ਦੇਸ਼ ਦੇ ਵਿਧਾਨ ਨੂੰ ਨਿਗਲਣ ਤੱਕ ਪਹੁੰਚ ਗਿਆ ਹੈ। ਹਰ ਪਾਸੇ ਤੋਂ ਮੌਕੇ ਦੀ ਤਾੜ ਵਿੱਚ ਬੈਠੀ ਸਰਕਾਰ ਨੂੰ ਭਰਪੂਰ ਪ੍ਰੇਰਨਾ ਦਿੱਤੀ ਜਾ ਰਹੀ ਹੈ ਕਿ ਉਹ ਮੁਜਰਮ ਫੜਨ ਦੇ ਬਹਾਨੇ ਦਰਬਾਰ ਸਾਹਿਬ ਵਿੱਚ ਪੁਲਿਸ ਭੇਜ ਕੇ ਸਿੱਖੀ ਦੀ ਸ਼ਾਨ ਨੂੰ ਪੈਰਾਂ ਹੇਠ ਰੋਲੇ। ਇਹ ਗੱਲ ਵੀ ਲੁਕੀ ਛਿਪੀ ਨਹੀਂ ਕਿ ਬਹੁਗਿਣਤੀ ਤੋਂ ਵਾਹ-ਵਾਹ ਖੱਟਣ ਲਈ ਕਾਂਗਰਸ ਸਰਕਾਰ ਇਸ ਬਹਾਨੇ ਦਾਖਲ ਹੋਣ ਹਿੱਤ ਕਈ ਸਾਜ਼ਿਸ਼ਾਂ ਕਰ ਚੁੱਕੀ ਹੈ। ਬੇਹੱਦ ਅਫਸੋਸ ਕਿ ਮਾਰੂ ਹਮਲੇ ਦਾ ਢੁਕਵਾਂ ਉੱਤਰ ਅਜੇ ਤੱਕ ਪੰਥ ਨੇ ਡਟ ਕੇ ਨਹੀਂ ਦਿੱਤਾ। ਅਬਦਾਲੀ ਤੋਂ ਦਰਬਾਰ ਸਾਹਿਬ ਦੀ ਬੇਅਦਬੀ ਦਾ ਬਦਲਾ ਲੈਣ ਲਈ ਜਿਵੇਂ ਸ਼ਹੀਦ ਬਾਬਾ ਦੀਪ ਸਿੰਘ ਜੀ ਨੇ ਲੀਕ ਵਾਹੀ ਸੀ, ਉਸ ਤਰ੍ਹਾਂ ਅੱਜ ਕਿਸੇ ਨੇ ਨਹੀਂ ਵਾਹੀ। ਕੇਵਲ ਉਸੇ ਦਮਦਮੀ ਟਕਸਾਲ ਦੇ ਮੌਜੂਦਾ ਸੰਚਾਲਕ ਸੰਤ ਜਰਨੈਲ ਸਿੰਘ ਖਾਲਸਾ ਦੀ ਮਰਦਊ ਪੁਣੇ ਵਿੱਚ ਭਿੱਜੀ ਲਲਕਾਰ ਹੀ ਹੈ ਜੋ ਸਿੱਖੀ ਦੀ ਅਣਖ ਨੂੰ ਕੰਨੀਓਂ ਫੜ ਕੇ ਅਧੋਗਤੀ ਦੇ ਸਾਗਰ ਵਿੱਚ ਡੁੱਬਣੋਂ ਬਚਾ ਰਹੀ ਹੈ, ਜਾਂ ਫੇਰ ਸੰਤ ਹਰਚੰਦ ਸਿੰਘ ਲੌਂਗੋਵਾਲ ਦਾ ਇੱਕ ਐਲਾਨ। ਜਿੱਥੇ ਪਹਿਲੇ ਸੰਤਾਂ ਨੇ ਦਰਬਾਰ ਸਾਹਿਬ ਉੱਤੇ ਹਮਲੇ ਦਾ ਢੁਕਵਾਂ ਉੱਤਰ ਦੇਣ ਦੀ ਗੱਲ ਕੀਤੀ ਹੈ, ਉੱਥੇ ਦੂਜਿਆਂ ਨੇ ਅਜਿਹੇ ਸਮੇਂ ਸ਼ਾਂਤਮਈ ਰਹਿੰਦੇ ਹੋਏ ਸ਼ਹੀਦੀ ਦੇਣ ਦਾ ਪ੍ਰਣ ਕੀਤਾ ਹੈ। ਬਹਾਨੇ ਦੇ ਜਵਾਬ ਵਿੱਚ ਕਈ ਲੀਡਰ ਕਹਿੰਦੇ ਰਹੇ ਕਿ ਕੋਈ ਮੁਜਰਮ ਗੁਰਦੁਆਰੇ ਵਿੱਚ ਨਹੀਂ। ਜਦੋਂ ਮਸਲਾ ਬਹੁਤ ਜ਼ਿਆਦਾ ਭਖ ਪਿਆ ਤਾਂ ਧਰਮ ਯੁੱਧ ਮੋਰਚੇ ਦੇ ਡਿਕਟੇਟਰ ਨੇ ਇੱਕ ਕਮੇਟੀ ਬਣਾ ਦਿੱਤੀ ਜਿਸ ਨੇ ਗੁਰੂ ਨਾਨਕ ਨਿਵਾਸ, ਗੁਰੂ ਰਾਮਦਾਸ ਸਰਾਂ ਆਦਿ ਦਾ ਰਿਕਾਰਡ ਵੇਖ ਕੇ ਪੜਤਾਲ ਕਰਕੇ ਕਿਹਾ ਕਿ ਕੋਈ ਮੁਜਰਮ ਗੁਰਦੁਆਰੇ ਦੀ ਹਦੂਦ ਵਿੱਚ ਨਹੀਂ ਹੈ। ਸਰਕਾਰ ਹੁਣ ਕਹਿ ਰਹੀ ਹੈ ਕਿ ਕਮੇਟੀ ਨਿਰਪੱਖ ਸਿੱਖਾਂ ਦੀ ਬਣਾ ਕੇ ਪੜਤਾਲ ਕਰਵਾਓ। ਭਾਰਤ ਦੇ ਕਾਣੇ ਵਿਧਾਨ ਪ੍ਰਤੀ ਅਥਾਹ ਸ਼ਰਧਾ ਪ੍ਰਗਟ ਕਰਦਿਆਂ ਕੁਝ ਕੁ ਸਿੱਖ ਸੁਪਰੀਮ ਕੋਰਟ ਵਿੱਚ ਦਾਅਵਾ ਦਾਇਰ ਕਰ ਚੁੱਕੇ ਹਨ ਕਿ ਮੁਜਰਮਾਂ ਨੂੰ ਪਨਾਹ ਦੇਣ ਵਾਲੀ ਸ਼੍ਰੋਮਣੀ ਕਮੇਟੀ ਦਾ ਮੁੱਢਲਾ ਕਾਨੂੰਨ ਹੀ ਖਤਮ ਕਰ ਦਿੱਤਾ ਜਾਵੇ। ਆਮ ਅਫਵਾਹ ਹੈ ਕਿ ਇਹ ਮੁਕੱਦਮਾ ਮਹਾਂ ਸਿੱਖ ਗਿਆਨੀ ਜੈਲ ਸਿੰਘ ਨੇ ਪੰਥਕ ਸ਼ਕਤੀ ਨੂੰ ਖੇਰੂ ਕਰਨ ਵਾਸਤੇ ਕਰਵਾਇਆ ਹੈ। ਦਾਅਵੇ ਅਤੇ ਜਵਾਬੀ ਦਾਅਵੇ ਨਿਤ ਨਵੇਂ ਸੂਰਜ ਹੋ ਰਹੇ ਹਨ, ਪਰੰਤੂ ਸਿਧਾਂਤ ਨੂੰ ਸਮਝਣ ਦੀ ਕਿਸੇ ਨੇ ਕੋਸ਼ਿਸ਼ ਨਹੀਂ ਕੀਤੀ। ਸਰਕਾਰ ਸਿਧਾਂਤ ਨੂੰ ਸਮਝਣਾ ਨਹੀਂ ਚਾਹੁੰਦੀ। ਉਸ ਦਾ ਸਿੱਧਾ ਮਕਸਦ ਸਿੱਖਾਂ ਦੀ ਮੁੱਛ ਨੀਵੀਂ ਕਰਨਾ ਹੈ। ਅਸੀਂ ਭੰਬਲ ਭੂਸੇ ਵਿੱਚ ਪੈ ਕੇ ਆਪਣਾ ਸਾਰਾ ਗੌਰਵਮਈ ਵਿਰਸਾ ਵਿਸਾਰ ਚੁੱਕੇ ਹਾਂ ਅਤੇ ਗਰਮ ਜੋਸ਼ੀ ਨਾਲ ਨਾਰੇ ਮਾਰਦੇ ਹੋਏ ਖੁੰਡੀ ਛੁਰੀ ਨਾਲ ਹਲਾਲ ਹੋ ਰਹੇ ਹਾਂ। ਸ਼੍ਰੀ ਦਰਬਾਰ ਸਾਹਿਬ ਵਿੱਚ ਦੋਸ਼ੀਆਂ ਦੇ ਪਨਾਹ ਲੈਣ ਸੰਬੰਧੀ ਸਿੱਖੀ ਦੇ ਸਿਧਾਂਤ ਦੀ ਵਿਆਖਿਆ ਇਸ ਲੇਖ ਦਾ ਧੁਰਾ ਹੈ। ਸਮਝਣ ਵਾਲੇ ਨੁਕਤੇ ਇਹ ਹਨ। ਮੁਜਰਮ ਕਿਹਨਾਂ ਨੂੰ ਕਿਹਾ ਜਾ ਰਿਹਾ ਹੈ? ਉਹਨਾਂ ਦਾ ਜੁਰਮ ਕੀ ਹੈ? ਦਰਬਾਰ ਸਾਹਿਬ ਵਿੱਚ ਕਿਉਂ ਲੁਕੇ ਹਨ? ਕੀ ਹੱਕ ਹੈ ਉਹਨਾਂ ਨੂੰ ਉੱਥੇ ਪਨਾਹ ਲੈਣ ਦਾ? ਕੀ ਉੱਥੋਂ ਕੋਈ ਉਹਨਾਂ ਨੂੰ ਕੱਢਣ ਦਾ ਅਧਿਕਾਰ ਰੱਖਦਾ ਹੈ? ਅਤੇ ਇਸ ਸੰਬੰਧੀ ਖਾਲਸਾਈ ਕਿਰਦਾਰ ਕੀ ਹੈ?
ਮੁਜਰਮ ਉਹਨਾਂ ਨੂੰ ਕਿਹਾ ਜਾ ਰਿਹਾ ਹੈ ਜਿਨ੍ਹਾਂ ਉੱਤੇ ਧਰਮ ਦੀ ਬੇਅਦਬੀ ਨਾ ਸਹਾਰਦੇ ਹੋਏ ਬੇਅਦਬੀ ਕਰਨ ਵਾਲਿਆਂ ਨੂੰ ਕਤਲ ਕਰਨ ਦਾ ਇਲਜ਼ਾਮ ਹੈ। ਅੱਤਵਾਦੀ ਲਫ਼ਜ਼ ਵੀ ਉਹਨਾਂ ਅਣਖੀਲੇ ਨੌਜਵਾਨਾਂ ਲਈ ਵਰਤਿਆ ਜਾ ਰਿਹਾ ਹੈ ਜੋ ਗੁਰੂ ਹਜ਼ੂਰ ਸੱਚੇ ਪਾਤਸ਼ਾਹ ਦੇ ਬਚਨਾਂ ਤੇ ਪਹਿਰਾ ਦਿੰਦੇ ਹੋਏ ਗੁਰੂ ਕੀ ਨਿੰਦਾ ਸੁਣੇ ਨਾ ਕਾਨ ਭੇਟਾ ਕਰੇ ਸੰਗ ਕਿਰਪਾਨ ਨੂੰ ਮਨ ਵਿੱਚ ਧਾਰ ਕੇ ਜੂਝ ਗਏ ਹਨ। ਮਿਸਾਲ ਦੇ ਤੌਰ ਤੇ ਜਲੰਧਰ ਦਾ ਇੱਕ ਅਖਬਾਰ ਨਵੀਸ ਗੁਰੂ ਦੇ ਦੋਖੀ ਨਿਰੰਕਾਰੀਆਂ ਦਾ ਸੰਗੀ ਸੀ, ਗੁਰੂ ਦਾ ਨਿੰਦਕ ਸੀ। ਗੁਰੂ ਸਾਹਿਬਾਨ ਦੀ ਸ਼ਾਨ ਦੇ ਖਿਲਾਫ ਜੋ ਕੁਫਰ ਉਹ ਤੋਲਦਾ ਸੀ ਉਹ ਦੁਹਰਾ ਕੇ ਤਾਂ ਅਸੀਂ ਘੋਰ ਪਾਪ ਦੇ ਭਾਗੀ ਨਹੀਂ ਬਣਨਾ, ਇੰਨਾ ਕਹਿਣਾ ਹੀ ਕਾਫੀ ਹੈ ਕਿ ਅਜਿਹਾ ਲਿਖਦਾ ਸੀ ਜਿਵੇਂ ਉਸ ਦੀ ਕਲਮ ਨੂੰ ਕੋੜ ਹੋ ਗਿਆ ਹੋਵੇ। ਸਵਰਗਵਾਸੀ ਸਿੰਘ ਸਾਹਿਬ ਜਥੇਦਾਰ ਗੁਰਦਿਆਲ ਸਿੰਘ ਅਜਨੋਹਾ ਜੀ, ਜਥੇਦਾਰ ਅਕਾਲ ਤਖਤ ਸਾਹਿਬ ਅਤੇ ਜਥੇਦਾਰ ਗੁਰਚਰਨ ਸਿੰਘ ਟੋੜਾ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦੇਸ਼ ਦਾ ਗੱਦਾਰ ਲਿਖ ਕੇ ਪੰਥ ਦੀ ਆਣ ਤੇ ਸ਼ਾਨ ਨੂੰ ਨਸ਼ਤਰ ਮਾਰੀ ਹੈ। ਉਸ ਨੂੰ ਕਿਸੇ ਅਣਖ ਵਾਲੇ ਗੁਰੂ ਕਲਗੀਧਰ ਦੇ ਲਾਲ ਨੇ ਸੋਧ ਦਿੱਤਾ ਜਿਸ ਤਰ੍ਹਾਂ ਨਿਰੰਜਣੀਏ ਨੂੰ ਸਿੰਘਾਂ ਨੇ ਸੋਧਿਆ ਸੀ। ਇਸ ਕੋੜੀ ਕਲਮ ਵਾਲੇ ਦੇ ਕਾਤਲਾਂ ਨੂੰ ਸਰਕਾਰ ਵੱਲੋਂ ਅੱਤਵਾਦੀ ਦਾ ਖਿਤਾਬ ਦਿੱਤਾ ਗਿਆ ਅਤੇ ਇਹੋ ਜਿਹੇ ਹਰ ਨੌਜਵਾਨ ਨੂੰ ਦਿੱਤਾ ਜਾ ਰਿਹਾ ਹੈ। ਆਓ ਹੁਣ ਵਿਚਾਰੀਏ ਕਿ ਮੁਜਰਮ ਕੌਣ ਸੀ ਅਤੇ ਉਸ ਦਾ ਜੁਰਮ ਕੀ ਸੀ। ਪਹਿਲੀ ਆਲਮੀ ਜੰਗ ਤੋਂ ਬਾਅਦ ਦੇ ਦਿਨਾਂ ਦੀ ਝਬਾਲ ਪਿੰਡ ਦੀ ਕਥਾ ਹੈ। ਉੱਥੋਂ ਦੇ ਮੁਸਲਮਾਨਾਂ ਨੂੰ ਇੱਕ ਸ਼ਰਾਰਤ ਸੁੱਝੀ। ਉਹ ਆਪ ਨਬੀ ਖਾਂ ਗਨੀ ਖਾਂ ਬਣ ਬੈਠੇ ਅਤੇ ਪਿੰਡ ਦੇ ਸਿੱਖ ਸੁਨਿਆਰੇ ਨੂੰ ਜਿਗਾ ਤੋੜੇ ਕਲਗੀ ਲਾ ਕੇ ਗੁਰੂ ਗੋਬਿੰਦ ਸਿੰਘ ਬਣਾ ਲਿਆ। ਉਹ ਉਸ ਨੂੰ ਪਲੰਗ ਉੱਤੇ ਬਿਠਾ ਕੇ ਪਿੰਡ ਦਾ ਗੇੜਾ ਕੱਢਣ ਤੁਰ ਪਏ। ਇੱਕ ਕੁਤਰਾ ਕਰ ਰਹੇ ਜ਼ਿਮੀਂਦਾਰ ਨੂੰ ਉਸ ਦਾ ਲੜਕਾ ਆ ਕੇ ਕਹਿਣ ਲੱਗਾ, ਸਤਿਗੁਰ ਆਏ ਹਨ, ਸਾਰਾ ਪਿੰਡ ਦਰਸ਼ਨ ਕਰ ਰਿਹਾ ਹੈ, ਆਪਾਂ ਵੀ ਕਰੀਏ। ਅਤੇ ਉਸਨੇ ਸਵਾਂਗ ਦਾ ਸਾਰਾ ਵੇਰਵਾ ਦੱਸ ਦਿੱਤਾ। ਦਾ ਚੁੱਕ ਬੁੱਕਲ ਵਿੱਚ ਲੈ ਕੇ ਉਹ ਰਹਿਤਵਾਨ ਸਿੰਘ ਵੀ ਆਪਣੇ ਪੁੱਤਰ ਨਾਲ ਹੋ ਤੁਰਿਆ। ਬਾਰ ਵਿੱਚੋਂ ਝਾਕੀ ਲੰਘ ਰਹੀ ਸੀ। ਉਸਨੇ ਬੇਨਤੀ ਕੀਤੀ ਕਿ ਮੰਜਾ ਜ਼ਮੀਨ ਤੇ ਰੱਖ ਕੇ ਦਰਸ਼ਨ ਕਰਵਾਏ ਜਾਣ। ਮੰਜਾ ਨੀਵਾਂ ਹੁੰਦਿਆਂ ਹੀ ਉਸਨੇ ਦਾ ਦੇ ਇੱਕੋ ਵਾਰ ਨਾਲ ਨਕਲੀਏ ਦਾ ਸਿਰ ਧੜ ਤੋਂ ਵੱਖ ਕਰ ਦਿੱਤਾ। ਉਸ ਉੱਤੇ ਕਤਲ ਦਾ ਮੁਕੱਦਮਾ ਚੱਲਿਆ, ਪਰੰਤੂ ਅੰਮ੍ਰਿਤਸਰ ਦੇ ਸੈਸ਼ਨ ਜੱਜ ਨੇ ਉਸ ਨੂੰ ਬਰੀ ਕਰ ਦਿੱਤਾ ਕਿਉਂਕਿ ਉਸਦੇ ਧਾਰਮਿਕ ਜਜ਼ਬਾਤ ਉੱਤੇ ਕਰੜੀ ਅਤੇ ਨਿਰਦਈ ਠੇਸ ਮਾਰਨ ਵਾਲੇ ਨਾਲ ਇਹੀ ਜਾਇਜ਼ ਵਰਤਾਰਾ ਸੀ। ਸਿਆਣੇ ਜੱਜ ਦਾ ਇਹ ਫੈਸਲਾ ਉਸ ਵੇਲੇ ਦਾ ਹੈ ਜਦੋਂ ਕਿ ਧਾਰਮਿਕ ਜਜ਼ਬਾਤ ਨੂੰ ਠੇਸ ਪਹੁੰਚਾਉਣ ਵਾਲੇ ਨੂੰ ਸਜ਼ਾ ਦੇਣ ਲਈ ਸਬੰਧਤ ਕਾਨੂੰਨ ਵਿੱਚ ਕੋਈ ਧਾਰਾ ਮੌਜੂਦ ਨਹੀਂ ਸੀ। ਇਹ ਬਹੁਤ ਦੇਰ ਬਾਅਦ ਜਾ ਕੇ ਸ਼ਾਮਲ ਕੀਤੀ ਗਈ। ਇਸ ਧਾਰਾ ਦੇ ਜਨਮ ਦੀ ਕਥਾ ਵੀ ਦਿਲ ਟੁੰਬ ਵੀ ਹੈ। 1947 ਤੋਂ ਕੁਝ ਸਾਲ ਪਹਿਲਾਂ ਦੀ ਇੱਕ ਕਹਾਣੀ ਉਸ ਹਿੰਦੂ ਹੈਂਕੜਬਾਜ਼ ਮਨੋਬਿਰਤੀ ਦਾ ਭਰਪੂਰ ਮੁਜ਼ਾਹਰਾ ਕਰਦੀ ਹੈ ਜਿਸ ਦਾ ਪ੍ਰਗਟਾਵਾ ਪਾਕਿਸਤਾਨ ਬਣਨ ਦਾ ਇੱਕੋ ਇੱਕ ਅਤੇ ਮੁੱਢਲਾ ਕਾਰਨ ਹੈ। ਜਲੰਧਰ ਦੇ ਉਪਰੋਕਤ ਅਖਬਾਰ ਨਵੀਸ ਵਾਂਗ ਕਿਸੇ ਆਰੀਆ ਸਮਾਜੀ ਨੇ ਮੁਹੰਮਦ ਸਾਹਿਬ ਦੀ ਸ਼ਾਨ ਦੇ ਖਿਆਲ ਕੁਫਰ ਤੋਲਦਿਆਂ ਇੱਕ ਬਹੁਤ ਘਟੀਆ ਕਿਤਾਬ ਲਿਖੀ ਜਿਸ ਵਿੱਚ ਰੱਬ ਦੇ ਇਸ ਪਿਆਰੇ ਨੂੰ ਅਚਾਰਹੀਣ ਸਿੱਧ ਕਰਨ ਦਾ ਯਤਨ ਕੀਤਾ ਗਿਆ। ਮੁਸਲਮਾਨਾਂ ਦੇ ਹਿਰਦੇ ਇਸ ਕਿਤਾਬ ਨੂੰ ਪੜ੍ਹ ਕੇ ਵਲੂੰਦਰੇ ਗਏ। ਉਹ ਆਮ ਗਲੀਆਂ ਵਿੱਚ ਇਹ ਗੀਤ ਗਾਉਂਦੇ ਸੁਣੇ ਜਾਂਦੇ ਸਨ, मेरे मौला बुला ले मदीने मुझे, हिंद में अब देंगे ना जीने मुझे। लाहौर दा महाशा प्रकाशक अपनी दुकान उत्ते गुमनाम लेखक दी इस किरत नूं वेचण लगा। 200-250 मील दूर एक मोची दे नौजवान मुंडे दे कन्नी सारे मसले दी भणक जा पई। उस गरीब ने अपनी रोजी दा वसीला रंबी आर आद वेच के एक चाकू खरीदिया ਅਤੇ ਆਪਣੀ ਜਾਨ ਤੋਂ ਪਿਆਰੇ ਰਸੂਲ ਦੀ ਬੇਅਦਬੀ ਕਰਨ ਵਾਲੇ ਨੂੰ ਨਰਕ ਤੋਰਨ ਲਈ ਪੈਦਲ ਹੀ ਚੱਲ ਪਿਆ। ਲਾਹੌਰ ਆਪਣਾ ਕਾਰਜ ਪੂਰਾ ਕਰਨ ਤੋਂ ਬਾਅਦ ਹਮਦਰਦਾਂ ਨੂੰ ਉਸਨੇ ਕਿਹਾ, ਮੈਂ ਕੋਈ ਜੁਰਮ ਨਹੀਂ ਕੀਤਾ, ਮੈਂ ਕੇਵਲ ਰਸੂਲ ਦੀ ਬੇਅਦਬੀ ਦਾ ਬਦਲਾ ਲਿਆ ਹੈ। ਉਸ ਦੇ ਖਿਲਾਫ ਕੋਈ ਗਵਾਹ ਪੇਸ਼ ਨਾ ਹੋਇਆ, ਪਰੰਤੂ ਉਸਨੇ ਬੜੇ ਫਖਰ ਨਾਲ ਇਕਬਾਲ ਕਰ ਲਿਆ। ਸਾਰੀ ਦੁਨੀਆ ਦੀ ਹਮਦਰਦੀ ਉਹਦੇ ਨਾਲ ਸੀ ਕਿਉਂਕਿ ਉਸਨੇ ਇੱਕ ਨੀਚ ਅਤੇ ਪਾਮਰ ਨੂੰ ਨਰਕ ਦੇ ਰਾਹ ਪਾਇਆ ਸੀ। ਜੱਜ ਖੁਦ ਦੰਡ ਦੇਣਾ ਨਹੀਂ ਸੀ ਚਾਹੁੰਦਾ, ਪਰੰਤੂ ਉਸ ਨੂੰ ਕਾਨੂੰਨ ਗਾਜ਼ੀ ਦੇ ਹੱਕ ਵਿੱਚ ਨਾ ਜਾਪਿਆ ਅਤੇ ਉਸ ਨੂੰ ਫਾਂਸੀ ਦੀ ਸਜ਼ਾ ਹੋਈ। ਉਸ ਦੇ ਜਨਾਜ਼ੇ ਵਿੱਚ ਡਾਕਟਰ ਸਰ ਮੁਹੰਮਦ ਇਕਬਾਲ, ਸਰ ਜ਼ਫਰ ਉੱਲਾ ਖਾਂ ਤੋਂ ਲੈ ਕੇ ਹਰ ਕਹਿੰਦਾ ਕਹਾਉਂਦਾ ਮੁਸਲਮਾਨ ਸ਼ਾਮਲ ਹੋਇਆ। ਮੁਕਾਬਲੇ ਵਿੱਚ ਸਾਡੇ ਬਹਾਦਰ ਵੀਰ ਮੁਸੀਬਤ ਸਿੰਘ ਦੀ ਲਾਸ਼ ਨੂੰ ਸ੍ਰੀ ਅੰਮ੍ਰਿਤਸਰ ਵਿੱਚ, ਜਿੱਥੇ ਸਿੰਘ ਸਭਾ ਸ਼ਤਾਬਦੀ ਕਮੇਟੀ, ਚੀਫ ਖਾਲਸਾ ਦੀਵਾਨ ਆਦਿ ਸੈਂਕੜੇ ਸਿੱਖ ਜਥੇਬੰਦੀਆਂ ਹਨ,
ਲਾਵਾਰਸ ਸਾੜ ਦਿੱਤਾ ਗਿਆ। ਚੇਤੇ ਰਹੇ ਕਿ ਇਸ ਧਰਮਵੀਰ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਿਰੁੱਧ ਰੋਸ ਪ੍ਰਗਟ ਕਰਨ ਲਈ ਉੜਦਾ ਜਹਾਜ਼ ਅਗਵਾ ਕੀਤਾ ਸੀ ਅਤੇ ਇਸ ਨਿਹੱਥੇ ਨੂੰ ਨਾਜਾਇਜ਼ ਗੋਲੀ ਮਾਰ ਦਿੱਤੀ ਗਈ ਸੀ। ਆਲਮਉਦੀਨ ਦੁਆਰਾ ਲਾਹੌਰ ਦੇ ਮਹਾਸ਼ੇ ਨੂੰ ਸੋਧਣ ਉਪਰੰਤ ਅੰਗਰੇਜ਼ਾਂ ਨੇ ਡੂੰਘੀ ਸੋਚ ਵਿਚਾਰ ਕਰਕੇ ਜੁਰਮਾਂ ਦੀ ਲਿਸਟ ਵਿੱਚ ਵਾਧਾ ਕਰਦਿਆਂ ਧਾਰਾ 335A ਸ਼ਾਮਲ ਕੀਤੀ। ਇਸ ਅਧੀਨ ਕਿਸੇ ਦੀ ਧਾਰਮਿਕ ਭਾਵਨਾ ਨੂੰ ਠੇਸ ਪਹੁੰਚਾਉਣ ਨੂੰ ਜੁਰਮ ਕਰਾਰ ਦਿੱਤਾ ਗਿਆ ਅਤੇ ਸਰਕਾਰ ਦਾ ਇਹ ਫਰਜ਼ ਬਣਾਇਆ ਗਿਆ ਕਿ ਉਹ ਹਰ ਉਸ ਮੁਜਰਮ ਉੱਤੇ ਮੁਕੱਦਮਾ ਚਲਾਵੇ ਜੋ ਕਿਸੇ ਦੇ ਧਰਮ ਉੱਤੇ ਹਮਲਾ ਕਰੇ। ਇਹ ਧਾਰਾ ਕਾਨੂੰਨ ਦਾ ਇੱਕ ਹਿੱਸਾ ਅਜੇ ਵੀ ਹੈ, ਪਰ ਪਿਛਲੇ ਕੁਝ ਕੁ ਸਾਲਾਂ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਦੇ ਕਈ ਸਾਕੇ ਹੋ ਚੁੱਕੇ ਹਨ। ਗੁਰੂ ਸਾਹਿਬਾਨ ਦੀ ਸ਼ਾਨ ਦੇ ਖਿਲਾਫ ਬਹੁਤ ਘਟੀਆ ਲਫ਼ਜ਼ ਵਰਤੇ ਜਾ ਚੁੱਕੇ ਹਨ। ਹੁਣੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੀ ਤਸਵੀਰ ਅਯੋਗ ਢੰਗ ਨਾਲ ਛਾਪ ਕੇ ਸਿੱਖਾਂ ਨੂੰ ਚੜਾਇਆ ਗਿਆ ਹੈ। ਸਿੱਖ ਕੌਮ ਦੀ ਬੇਅਦਬੀ ਕਰਨ ਦੀ ਕੋਈ ਕਸਰ ਬਾਕੀ ਨਹੀਂ ਰਹੀ, ਪਰੰਤੂ ਕੀ ਕਾਰਨ ਹੈ ਕਿ ਸਰਕਾਰ ਨੇ ਅਜੇ ਤੱਕ ਕਿਸੇ ਇੱਕ ਉੱਤੇ ਵੀ ਇਸ ਧਾਰਾ ਅਧੀਨ ਮੁਕੱਦਮਾ ਨਹੀਂ ਚਲਾਇਆ। ਚੇਤੇ ਰਹੇ ਕਿ ਕਾਨੂੰਨ ਅਨੁਸਾਰ ਮੁਕੱਦਮਾ ਕੇਵਲ ਸਰਕਾਰ ਹੀ ਚਲਾ ਸਕਦੀ ਹੈ, ਹੋਰ ਕੋਈ ਨਹੀਂ। ਮੁਜਰਮ ਹੋਇਆ ਇਸ ਕਾਨੂੰਨ ਦੀ ਉਲੰਘਣਾ ਕਰਨ ਵਾਲਾ ਜਾਂ ਉਹ ਕਾਰਿੰਦਾ ਜੋ ਇਸ ਕਾਨੂੰਨ ਅਧੀਨ ਮੁਕੱਦਮਾ ਚਲਾਉਣ ਤੋਂ ਇਨਕਾਰੀ ਹੈ। ਧਰਮ ਦੇ ਰਾਹ ਉੱਤੇ ਚੱਲਦਾ ਹੋਇਆ, ਬੇਅਦਬੀ ਨਾ ਸਹਾਰਦਾ ਹੋਇਆ ਜੇ ਕੋਈ ਕਿਸੇ ਦੁਸ਼ਟ ਕੰਸ ਨੂੰ ਸੋਧ ਵੀ ਦੇਵੇ ਤਾਂ ਉਹ ਮੁਜਰਮ ਕਿਵੇਂ ਹੋਇਆ, ਅਵਤਾਰ ਕਿਵੇਂ ਨਾ। ਭਾਰਤੀ ਦੰਡਾਵਲੀ ਦੇ ਚੈਪਟਰ 4 ਅਨੁਸਾਰ ਕਈ ਤਰ੍ਹਾਂ ਦੇ ਜੁਰਮ ਕਰਨ ਵਾਲਿਆਂ ਨੂੰ ਨਿਰਦੋਸ਼ ਤਸੱਵਰ ਕੀਤਾ ਜਾਂਦਾ ਹੈ। ਇਸ ਵਿੱਚ ਇਹ ਵੀ ਜ਼ਿਕਰ ਹੈ ਕਿ ਕਿਸੇ ਦਾ ਮਨ ਇੰਨਾ ਦੁਖੇ ਕਿ ਉਹ ਜਲਦੀ ਵਿੱਚ ਕਿਸੇ ਮੁਜਰਮ ਨੂੰ ਸੋਧ ਦੇਵੇ ਤਾਂ ਅਜਿਹੇ ਆਦਮੀ ਨੂੰ ਪੂਰਨ ਨਿਰਦੋਸ਼ ਮੰਨਿਆ ਗਿਆ ਹੈ। ਉਹ ਆਦਮੀ ਕਾਨੂੰਨ ਅਨੁਸਾਰ ਦੰਡ ਦਾ ਬਿਲਕੁਲ ਭਾਗੀ ਨਹੀਂ। ਧਾਰਮਿਕ ਤੌਰ ਉੱਤੇ ਅਸੀਂ ਮੱਸੇ ਰੰਗੜ ਦਾ ਸਿਰ ਕੱਟਣ ਵਾਲੇ ਭਾਈ ਸੁੱਖਾ ਸਿੰਘ, ਭਾਈ ਮਹਿਤਾਬ ਸਿੰਘ ਨੂੰ ਪੂਰਨ ਗੁਰਸਿੱਖ ਅਤੇ ਸੰਤ ਮੰਨਦੇ ਹਾਂ। ਦਰਬਾਰ ਸਾਹਿਬ ਵਿੱਚ ਜੇ ਸੱਚਮੁੱਚ ਕਿਸੇ ਨੇ ਪਨਾਹ ਲਈ ਹੈ ਤਾਂ ਉਹ ਭਾਈ ਸੁੱਖਾ ਸਿੰਘ, ਭਾਈ ਮਹਿਤਾਬ ਸਿੰਘ ਦੋ ਬਹਾਦਰ ਵੀਰ ਹਨ। ਹਰ ਧਾਰਮਿਕ ਆਦਮੀ ਦਾ ਦ੍ਰਿੜ ਨਿਸ਼ਚਾ ਹੈ ਕਿ ਅਜਿਹੇ ਮਹਾਪੁਰਸ਼ ਕਦਾਚਿਤ ਅੱਤਵਾਦੀ ਨਹੀਂ, ਸੱਤਵਾਦੀ ਪੂਰਨ ਗੁਰਸਿੱਖ ਹਨ, ਜਿਨ੍ਹਾਂ ਦੇ ਚਰਨਾਂ ਦੀ ਧੂੜ ਮੱਥੇ ਉੱਤੇ ਲਾਉਣ ਨਾਲ ਸਿੱਖੀ ਦੀ ਮਹਾਦਾਤ ਸਹਿਜੇ ਹੀ ਪ੍ਰਾਪਤ ਹੋ ਸਕਦੀ ਹੈ। ਅਜਿਹੇ ਮਹਾਪੁਰਸ਼ਾਂ ਨੂੰ ਮੁਜਰਮ ਕੂਕਣ ਵਾਲੀਆਂ ਸਰਕਾਰਾਂ ਦੇ ਕਰਿੰਦੇ ਵੇਖਦਿਆਂ ਹੀ ਕਾਨੂੰਨ ਦੀ ਮਨਸ਼ਾ ਦੇ ਵਿਰੁੱਧ ਗੋਲੀ ਮਾਰ ਦਿੰਦੇ ਹਨ, ਜਿਵੇਂ ਕਿ ਬਿਲਕੁਲ ਨਿਹੱਥੇ ਮੁਸੀਬਤ ਸਿੰਘ ਨੂੰ ਜਾਂ ਕੁਲਵੰਤ ਸਿੰਘ ਨੂੰ ਮਾਰੀ ਸੀ, ਜਾਂ ਤਸੀਹੇ ਦੇ ਕੇ ਮਾਰ ਦਿੰਦੇ ਹਨ, ਜਿਵੇਂ ਕਿ ਭਾਈ ਕੁਲਵੰਤ ਸਿੰਘ ਅਤੇ ਭਾਈ ਗੁਰਮੀਤ ਸਿੰਘ ਨੂੰ ਮਾਰਿਆ ਸੀ। ਉਹਨਾਂ ਉੱਤੇ ਝੂਠੇ ਮੁਕੱਦਮੇ ਬਣਾਉਂਦੇ ਹਨ। ਚੇਤੇ ਰਹੇ ਕਿ ਹੁਣ ਤੱਕ ਬਣੇ ਮੁਕੱਦਮਿਆਂ ਵਿੱਚੋਂ ਕੋਈ ਇੱਕ ਵੀ ਸੱਚਾ ਸਾਬਤ ਨਹੀਂ ਹੋ ਸਕਿਆ ਅਤੇ ਹਰ ਇੱਕ ਅਜਿਹੇ ਸ਼ਖਸ ਨੂੰ ਅਦਾਲਤਾਂ ਬਾਇਜ਼ਤ ਬਰੀ ਕਰ ਚੁੱਕੀਆਂ ਹਨ। ਕੋਈ ਦੱਸੇ ਕਿ ਬੁੱਚੜ ਬਿਰਤੀਆਂ ਵਾਲੇ ਨਿਰਦਈ ਕਸਾਈਆਂ ਨੂੰ ਦਰਬਾਰ ਸਾਹਿਬ ਵਿੱਚੋਂ, ਜੇ ਉਹ ਉੱਥੇ ਹਨ ਵੀ, ਕੱਢ ਕੇ ਹੀਰਿਆਂ ਵਰਗੇ ਹਰ ਪੱਖੋਂ ਨਿਰਦੋਸ਼, ਕਾਨੂੰਨ ਅਤੇ ਇਖਲਾਕ ਪੱਖੋਂ ਵੀ ਮਾਵਾਂ ਦੇ ਮੱਸ ਫੁੱਟਦੇ ਪੁੱਤ ਕੌਣ ਅੱਤਵਾਦੀ ਅਖਵਾ ਕੇ ਮਾਰਨ ਲਈ ਦੇਵੇ। ਕਿਉਂ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਸਿੱਧੀ ਅਤੇ ਸਪਸ਼ਟ ਗੱਲ ਨਹੀਂ ਕਹਿੰਦੀ? ਸੱਚ ਨੂੰ ਨਿਰਭੈ ਹੋ ਕੇ ਸੱਚ ਕਹਿਣਾ ਹੀ ਧਰਮ ਹੈ। ਇਹੋ ਹੀ ਸਿੱਖਾਂ ਦੀ ਸਿਆਸਤ ਹੈ। ਯਾਦ ਕਰੋ ਸੱਚੇ ਪਾਤਸ਼ਾਹ ਗੁਰੂ ਨਾਨਕ ਹਜ਼ੂਰ ਨੂੰ, ਜਿਨ੍ਹਾਂ ਨੇ ਬਾਬਰ ਦੀਆਂ ਘਟਾਵਾਂ ਵਾਂਗ ਚੜੀਆਂ ਆ ਰਹੀਆਂ ਫੌਜਾਂ ਨੂੰ ਬੱਬਰ ਸ਼ੇਰ ਦੀ ਜ਼ੁਬਾਨ ਨਾਲ ਫਟਕਾਰ ਪਾਈ ਸੀ। ਪਾਪ ਕੀ ਜੰਜ ਲੈ ਕਾਬਲੋ ਧਾਇਆ, ਜੋਰੀ ਮੰਗੈ ਦਾਨਵੇ ਲਾਲੋ। ਸਮੇਂ ਦੇ ਜਰਵਾਣੇ ਹਾਕਮਾਂ ਨੂੰ ਨਿਰਸੰਕੋਚ ਕਿਹਾ ਸੀ, ਰਾਜੇ ਸੀ ਮੁਕੱਦਮ ਕੁੱਤੇ। ਜੋ ਸੱਚੇ ਪਾਤਸ਼ਾਹ ਨੇ ਲੀਹ ਪਾਈ ਹੈ ਉਹੀ ਸਿੱਖਾਂ ਦੇ ਮੰਨਣ ਯੋਗ ਹੈ, ਹੋਰ ਸਭ ਕੂੜ ਕਪੱਟ ਹੈ। ਫਰਜ਼ ਕਰੋ ਦਰਬਾਰ ਸਾਹਿਬ ਦੀ ਹੱਦ ਦੇ ਅੰਦਰ ਅਜਿਹੇ ਮੁਜਰਮ ਹਨ ਵੀ, ਤਾਂ ਕੌਣ ਉਹਨਾਂ ਨੂੰ ਫੜਾ ਸਕਣ ਦਾ ਹੱਕਦਾਰ ਹੈ? ਸਰਕਾਰਾਂ ਮਨੁੱਖ ਲਈ ਬਣਦੀਆਂ ਹਨ, ਨਾ ਕਿ ਮਨੁੱਖ ਸਰਕਾਰਾਂ ਦੀਆਂ ਜ਼ਾਲਮ ਨੀਤੀਆਂ ਦਾ ਸ਼ਿਕਾਰ ਹੋਣ ਲਈ। ਅਜਿਹੇ ਹਾਲਾਤ ਵਿੱਚ ਜੇ ਕੋਈ ਧਾਰਮਿਕ ਸਥਾਨਾਂ ਦੀ ਪਨਾਹ ਲੈਂਦਾ ਵੀ ਹੈ ਤਾਂ ਵੀ ਮਨੁੱਖੀ ਹੱਕਾਂ ਨੂੰ ਉਹ ਓਹਲੇ ਕਰਕੇ ਕਿਸੇ ਸੰਸਥਾ ਨੂੰ ਫੜਨ ਫੜਾਉਣ ਲਈ ਮਜਬੂਰ ਨਹੀਂ ਕੀਤਾ ਜਾ ਸਕਦਾ। ਧਾਰਮਿਕ ਸਥਾਨ, ਖਾਸ ਤੌਰ ਉੱਤੇ ਸ੍ਰੀ ਦਰਬਾਰ ਸਾਹਿਬ, ਕਿਸੇ ਸਰਕਾਰੀ ਧੌਂਸ ਅਧੀਨ ਨਹੀਂ ਹਨ। ਇਹ ਮਨੁੱਖ ਮਾਤਰ ਦੀ ਜ਼ੁਲਮ ਤੋਂ ਰਾਖੀ ਕਰਨ ਲਈ ਅਤੇ ਉਹਨਾਂ ਦੀ ਆਤਮਿਕ ਉੱਨਤੀ ਲਈ ਹਰ ਦੁਨਿਆਵੀ ਕਾਨੂੰਨ ਤੋਂ ਹਰ ਵਕਤ ਉਤਾਂਹ ਕਰਤਾ ਪੁਰਖ ਦੇ ਹੁਕਮ ਅਨੁਸਾਰ ਸਿਰਜੇ ਗਏ ਹਨ।
श्री दरबार साहिब निश्चय ही मुकम्मल तौर उत्ते भारत दे कानून तो मुक्त बदो पुरख विधाते तां तू सोहिया है। यह भावना है सारे संसार दे सिखां दी। जे भारत दा लोक राज इन्ने सिखां दी इस भावना दा सत्कार करना नहीं जानदा तां यह कोई लोक राज नहीं, बहु गिणती दा सिखां, मुसलमानां, ईसाइयां अते हरिजनां नूं दबेल अते गुलाम बनाउण दा वड्डा यतन ही है। बहुत शोर सुनते थे पहलू में दिल का, चीरा तो कतरा ही खून ना निकला। याद रहे कि अज अमरीका दे गिरजे भी दरबार साहिब वाली हस्ती हासिल करन लई यतनशील हन। ओह भी इहो तर्क दिंदे हन। इहो सिੱਖੀ ਦੀ पुरातन रीत है कि जे कोई चोर तस्कर भी पनाह लै लवे तां उसनूं दुरकारना नहीं बनदा। खुसरो वर्गे बागी दा भी मान सत्कार करना बनदा है। इत्थों तक कि जे माता कौलां वर्गी अनधर्मी पर निआसरिया औरत भी पनाह लवे तां निआसरियां दे आसरे गुरु हजूर अरदास जी दा दरबार उस लई ढुकवीं थां है। इत्थों तक कि हजूर गुरु हरगोबिंद जी महाराज ने जानवरां, घोड़े ते बाज तक नूं भी पनाह दित्ती। बाज लैण आए मुगल अहलकारां नूं आप दा जवाब सी, तुसीं बाज ही बाज पुकारदे हो, असीं ताज तुसाडड़ा चाहदे हां। यह उन्हां दा मुकम्मल प्रभु सत्ता धारण करन दा ऐलान सी अते कानूनन अहम ऐलान सी, क्यों जो मुकम्मल प्रभु सत्ता धारी सॉवरन ही पनाह देण दी हैसियत रखदा है। उन्हां ने इस ऐलान राही गुरु घर दा संसार दीआं सरकारां दे कानून तो निश्चय उत्ते होण दा दावा निरसंकोच कीता। गुरु सच्चे पातशाह दे इन्हां बचनां तो बाद हर गुरुद्वारा जिथे गुरु ग्रंथ साहिब दा प्रकाश है, खास तौर उत्ते श्री दरबार साहिब मुकम्मल प्रभु सत्ता दा धारनी है। गुरबाणी दे यह वाक निरोल सच हन, प्रभ की शरण सगल भै लाथे, दुख बिनसे सुख पाया, अते जो शरण आवे तिस कंठ लावे, यह बिरद स्वामी संदा। एवें ही सिख संगतां नूं गुरुद्वारे दे सेवादारां अते लीडरां नूं समझना जायज़ है। इस संबंधी एक छोटी ਜਿਹੀ इतिहासक कथा है जिस तो सारा सिद्धांत स्पष्ट हो जाता है। भाई उदय सिंह कैथल विच राज करते सन कि उन्हां दा कोई खास चाकर विचार कर बैठा। फिर सिੱਖੀ दे धारनी ने न्यायकारी राजकोप तो डरदे होए तमतान साहिब दे गुरुद्वारे जा पनाह लई। महंत कोल उसने बेनती कीती, मैं शरनागत हां, मैनू राजकोप तो बचाओ, मैं निर्दोष मारिया जावांगा। यह शब्द उसने इसलिए कहे कि उसनूं सिੱਖੀ दी रवायत का पता सी जिस अधीन गुरुद्वारे हर उस बेगुनाह नूं पनाह देण लई हन जिस दा राज वैरी हो जावे। उसनूं यह भी पता सी कि तमतान साहिब दा गुरुद्वारा कैथल दी हद अंदर सी अते राजा भाई उदय सिंह दे राज विच सी, परंतु उसने फिर भी उत्थे पनाह लई क्योंकि वह जानदा सी कि गुरुद्वारे विच राज गुरु का है अते उत्थे किसी का कोई कानून उसका कुछ नहीं बिगाड़ सकता। राजे ने पता लगन उत्ते कुछ सवार उसनूं गिरफ्तार करने लई भेजे। उन्हां दी जाण तो बाद वह सभा विच कहण लगा, जे गुरुद्वारे दा महंत गुरु का सिंह है तां निहाल सिंह नूं सवारां दे हवाले नहीं करेगा। उसनूं पता सी कि गुरुद्वारे सर्ब समर्थ हन अते उत्थे उसका कानून नहीं चलदा। महंत गुरु का सिंह सी। उसने जवाब दिता, भाई साहिब नूं कह दिओ कि जो गुरुद्वारे दी शरण आया है असीं नहीं दे सकदे। एक रियासत विच स्थित मुकम्मल तौर उत्ते राजे दी प्रजा इस महंत दा धनता योग सिੱਖੀ किरदार सिद्धा साडे अज दे उन्हां आगूआं दे कथनां ते कर्मां दा खंडन करदा है जिहड़े कि बाबा अटल साहिब दी 9वीं मंजिल तो कूक कूक के कह रहे हन कि गुरुद्वारे विच कोई मुजरम नहीं अते जिस दा सिद्धा भाव यह बनदा है कि जे कोई हुंदा तां असीं जरूर हवाले कर देना सी। यह जवाब सुन के भाई उदय सिंह ने गुस्से विच आके गुरुद्वारे उत्ते हमला करन दी साजिश नहीं बनाई, परंतु धीरज नाल शुकराने दे लहजे विच कहा, सिक्खा विच जान पूरी है, सिੱਖੀ निभेगी तगेगी। कि साडे अज दे लीडरां दे इस संबंधी बयान नूं सुण के अजिहा प्रभाव मन विच पैंदा है कि केवल इहो सिੱਖੀ नूं निभाउण दे चाहवान गुरु हजूर दे सन्मुख सुरखरू होना लोचण वाले सूरमे हन, जिस तरह की गरीब सिंह महंत सी। समा पा के राजा गुरुद्वारे हाजिर होया। 125 रुपए दी देग वरताई।
ਡੋਹਰ ਨਾਂ ਦਾ ਪਿੰਡ ਗੁਰਦੁਆਰੇ ਨੂੰ ਅਰਦਾਸ ਕਰਵਾਇਆ ਤੇ ਫੇਰ ਮਹੰਤ ਨੂੰ ਕਹਿਣ ਲੱਗਾ, ਮਹੰਤ ਜੀ, ਤੁਹਾਡੀ ਸਿੱਖੀ ਧੰਨ ਹੈ। ਮੈਂ ਤੁਹਾਡੀ ਧਰਮ ਦੇ ਅਸੂਲਾਂ ਦੀ ਪਰਪੱਕਤਾ ਦਾ ਕਦਰਦਾਨ ਹਾਂ, ਪਰ ਇਹ ਪੁਰਖ ਨਿਸ਼ਪਾਪ ਨਹੀਂ। ਇਹ ਉਹ ਖੁਨਾਮੀ ਕਰਕੇ ਆਇਆ ਹੈ ਜੋ ਸਿੱਖ ਧਰਮ ਵਿੱਚ ਵਿਹਿਤ ਨਹੀਂ। ਇਹ ਕੋਈ ਰਾਜਸੀ ਭੁੱਲ ਕਰਕੇ ਨਹੀਂ ਆਇਆ, ਖੁਨਾਮੀਆਂ ਹੈ। ਐਸਿਆਂ ਨੂੰ ਪਨਾਹ ਦੇਣੀ ਪਾਪ ਤੇ ਜੁਰਮ ਨੂੰ ਵਧਾਏਗੀ, ਇਸ ਕਰਕੇ ਇਸ ਦਾ ਦੇਣਾ ਵਾਜਬ ਹੈ ਅਤੇ ਗੁਰਸਿੱਖੀ ਹੈ। ਰਾਜੇ ਨੂੰ ਪਤਾ ਸੀ ਕਿ ਜੇ ਕਿਸੇ ਸ਼ਖਸ ਨੂੰ ਕੋਈ ਵਕਤੀ ਰਾਜਸੀ ਸ਼ਕਤੀ ਦੋਸ਼ੀ ਗਰਦਾਨੇ ਤਾਂ ਉਹ ਸੱਚਮੁੱਚ ਦੋਸ਼ੀ ਨਹੀਂ ਬਣ ਜਾਂਦਾ। ਖੁਨਾਮੀਆਂ ਤਾਂ ਹੀ ਹਵਾਲੇ ਕੀਤਾ ਜਾ ਸਕਦਾ ਹੈ ਜੇ ਉਹ ਐਸਾ ਜੁਰਮ ਕਰਕੇ ਆਇਆ ਹੋਵੇ ਜੋ ਜ਼ਾਹਿਰਾ ਤੌਰ ਉੱਤੇ ਸਿੱਖੀ ਅਸੂਲਾਂ ਅਨੁਸਾਰ ਜੁਰਮ ਬਣਦਾ ਹੋਵੇ ਅਤੇ ਉਸ ਦੇ ਗੁਰਦੁਆਰੇ ਪਨਾਹ ਲੈਣ ਨਾਲ ਸਿੱਖੀ ਦੀ ਸ਼ਾਖ ਵਿੱਚ ਵਾਧਾ ਨਾ ਹੁੰਦਾ ਹੋਵੇ। ਸਿੱਖੀ ਦਾ ਇਹ ਸਹੀ ਅਤੇ ਪ੍ਰਣਾਵਿਤ ਅਸੂਲ ਹੈ ਕਿ ਗੁਰਦੁਆਰੇ ਧਰਮ ਦੇ ਪ੍ਰਚਾਰ ਲਈ ਹਨ ਅਤੇ ਇਸ ਲਈ ਉਹਨਾਂ ਸਿਰਲੱਥ ਬਹਾਦਰਾਂ ਨੂੰ ਸ਼ਰਨ ਦੇਣ ਲਈ ਹਨ ਜਿਨ੍ਹਾਂ ਨੇ ਸਿੱਖੀ ਨੂੰ ਨਿਭਾਉਣ ਖਾਤਰ ਰਹਿਤਨਾਮੇ ਦੇ ਬਚਨਾਂ ਗੁਰੂ ਕੀ ਨਿੰਦਾ ਸੁਣੇ ਨਾ ਕਾਨ ਭੇਟਾ ਕਰੈ ਸੰਗ ਕਿਰਪਾਨ ਉੱਤੇ ਡਟ ਕੇ ਪਹਿਰਾ ਦਿੱਤਾ ਹੈ। ਦੋਸ਼ੀ ਗਰਦਾਨਿਆ ਜਾਣਾ ਅਤੇ ਦੋਸ਼ੀ ਹੋਣਾ ਦੋ ਵੱਖ-ਵੱਖ ਗੱਲਾਂ ਹਨ। ਅੱਜ ਕੱਲ੍ਹ ਸਰਕਾਰੀ ਕਰਮਚਾਰੀ ਅਤੇ ਨੇਤਾ ਸਿਰਫ ਆਪਣੀਆਂ ਕਾਰਵਾਈਆਂ ਪਾਉਣ ਲਈ ਕਈਆਂ ਨੂੰ ਦੋਸ਼ੀ ਕਰਾਰ ਦੇ ਦਿੰਦੇ ਹਨ। ਮੌਜੂਦਾ ਦੌਰ ਵਿੱਚ ਇਹ ਵਾਰ-ਵਾਰ ਹੋ ਚੁੱਕਿਆ ਹੈ। ਗਊਆਂ ਦੇ ਸਿਰ ਵੱਢਣ ਦੇ ਦੋਸ਼ ਵਿੱਚ ਇੱਕ ਸਿੰਘ ਨੂੰ ਇਸ਼ਤਿਹਾਰੀ ਮੁਜਰਮ ਕਰਾਰ ਦਿੱਤਾ ਗਿਆ ਅਤੇ ਬਾਅਦ ਵਿੱਚ ਉਸ ਨੂੰ ਨਿਰਦੋਸ਼ ਸਮਝ ਕੇ ਫੜਨ ਜਾਂ ਮਾਰਨ ਵਾਸਤੇ ਐਲਾਨਿਆ ਇਨਾਮ ਵਾਪਸ ਲੈ ਲਿਆ ਗਿਆ। ਅਨੰਦਪੁਰ ਸਾਹਿਬ ਵਾਲੇ ਨਿਰੰਕਾਰੀ ਦੇ ਕਥਿਤ ਕਾਤਲਾਂ ਤੋਂ ਲੈ ਕੇ ਭਾਈ ਅਮਰੀਕ ਸਿੰਘ, ਬਾਬਾ ਥਾਰਾ ਸਿੰਘ ਅਤੇ ਹਰਸਿਮਰਨ ਸਿੰਘ ਤੱਕ ਉੱਤੇ ਲੱਗੇ ਦੋਸ਼ਾਂ ਨੂੰ ਅਦਾਲਤ ਨੇ ਮੰਨਣਯੋਗ ਨਹੀਂ ਪਾਇਆ ਤੇ ਸਭਨਾਂ ਨੂੰ ਬਰੀ ਕਰ ਦਿੱਤਾ ਹੈ। ਪਿਛਲੇ ਦਿਨੀ ਪੁਲਿਸ ਨੇ ਮੁਕੱਦਮਾ ਬਣਾਇਆ ਕਿ ਕਿਸੇ ਨੇ ਫਲਾਣੇ ਬੰਦੇ ਨੂੰ ਕਤਲ ਕਰ ਦਿੱਤਾ ਹੈ। ਕੁੱਟ ਮਾਰ ਕੇ ਉਹਨਾਂ ਕੋਲੋਂ ਜੁਰਮ ਦਾ ਇਕਬਾਲ ਵੀ ਕਰਵਾ ਲਿਆ, ਲਾਸ਼ ਬਰਾਮਦ ਕਰਵਾ ਲਈ ਅਤੇ ਸੈਸ਼ਨ ਜੱਜ ਨੇ ਉਹਨਾਂ ਨੂੰ ਉਮਰ ਕੈਦ ਦੀ ਸਜ਼ਾ ਦਿੱਤੀ। ਹਾਈ ਕੋਰਟ ਵਿੱਚ ਅਪੀਲ ਚੱਲ ਰਹੀ ਸੀ ਕਿ ਮਕਤੂਲ ਅਦਾਲਤ ਵਿੱਚ ਪੇਸ਼ ਹੋ ਗਿਆ। ਦਿਨ ਦੀਵੀਂ ਅਜਿਹੇ ਕੁਫਰ ਤੋਲਣ ਵਾਲੇ ਅਫਸਰ ਅਤੇ ਸਿਆਸੀ ਆਗੂ ਕਿਸੇ ਨੌਜਵਾਨ ਨੂੰ ਦੋਸ਼ੀ ਦੱਸਣ ਤਾਂ ਕੀ ਉਹਨਾਂ ਦੇ ਦੁਸ਼ਮਣ ਨੂੰ ਇੰਨ ਬਿੰਨ ਸੱਚ ਸਮਝਣਾ ਸਿਆਣਪ ਹੈ, ਨੀਤੀ ਹੈ। ਦੋਸ਼ੀ ਉਹ ਨਹੀਂ ਜੋ ਧਰਮ ਦੀ ਬੇਅਦਬੀ ਨੂੰ ਨਾ ਸਹਾਰਦੇ ਹੋਏ ਮਰਦਾਂ ਵਾਂਗ ਜੂਝ ਜਾਂਦੇ ਹਨ। ਦੋਸ਼ੀ ਉਹ ਹਨ ਜੋ ਦੰਡਾਵਲੀ ਕਾਨੂੰਨ ਦੀ ਧਾਰਾ 330, 331 ਆਦਿ ਨੂੰ ਵਿਸਾਰ ਕੇ ਪੁਲਿਸ ਹਿਰਾਸਤ ਵਿੱਚ ਨਿਰਦੋਸ਼ਾਂ ਨੂੰ ਤਸੀਹੇ ਦੇ ਕੇ 7 ਤੋਂ 10 ਸਾਲ ਤੱਕ ਕੈਦ ਭੁਗਤਣ ਦੇ ਹੱਕਦਾਰ ਬਣਦੇ ਹਨ ਜਾਂ 302 ਦੀ ਉਲੰਘਣਾ ਕਰਕੇ ਹੱਥਕੜੀ ਲੱਗੇ ਬੇਬਸ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰ ਦਿੰਦੇ ਹਨ। ਸਿੱਖੀ ਸਿਧਾਂਤ ਗੁਰੂ ਅਕਾਲ ਪੁਰਖ ਦੀ ਆਪਣੀ ਮਰਜ਼ੀ ਨਾਲ ਉਪਜਿਆ ਗੁਰਬਰ ਅਕਾਲ ਕੇ ਹੁਕਮ ਸੋ ਉਪਜਿਓ ਵਿਗਿਆਨਾ ਉੱਚਤਮ ਮਨੁੱਖ ਦੀ ਅੰਤਰ ਆਤਮਾ ਦਾ ਸ਼ਿੰਗਾਰ ਹੈ। ਇਹ ਹਰ ਉਸ ਕਾਨੂੰਨ ਨਾਲ ਇੰਨ ਬਿੰਨ ਮੇਲ ਖਾਂਦਾ ਹੈ ਜੋ ਮਨੁੱਖ ਦੀ ਸ਼ੁੱਧ ਆਤਮਾ ਦੀ ਉਪਜ ਹੈ। ਮੰਦਭਾਵਨਾ ਅਧੀਨ ਸਿਆਸੀ ਲਾਭ ਲਈ ਕੀਤੇ ਮੁੱਖ ਮੰਤਰੀਆਂ ਅਤੇ ਪ੍ਰਧਾਨ ਮੰਤਰੀਆਂ ਦੇ ਬਿਆਨ ਅਤੇ ਐਲਾਨ ਕੇਵਲ ਕੂੜ ਦਾ ਪਸਾਰ ਹਨ। ਸਿੰਘਾਂ ਨੂੰ ਇਹ ਤੱਥ ਸਮਝ ਕੇ ਸੋਚਣਾ ਚਾਹੀਦਾ ਹੈ ਕਿ ਉਹ ਨੌਜਵਾਨਾਂ ਜੋ ਧਰਮ ਅਤੇ ਕਾਨੂੰਨ ਦੋਹਾਂ ਅਨੁਸਾਰ ਨਿਰਦੋਸ਼ ਹਨ ਨੂੰ ਕੇਵਲ ਐਲਾਨਾਂ ਰਾਹੀਂ ਸਰਕਾਰੀ ਮੁਲਾਜ਼ਮਾਂ ਜਾਂ ਸਿਆਸੀ ਨੇਤਾਵਾਂ ਦਾ ਦੋਸ਼ੀ ਗਰਦਾਨ ਦੇਣਾ ਉਹਨਾਂ ਨੂੰ ਦੋਸ਼ੀ ਸਾਬਤ ਕਰ ਦਿੰਦਾ ਹੈ। ਨਿਹਾਲ ਸਿੰਘ ਨੂੰ ਰਾਜੇ ਦੇ ਹਵਾਲੇ ਕਰਦੇ ਵਕਤ ਮਹੰਤ ਗਰੀਬ ਸਿੰਘ ਨੇ 2 ਸ਼ਰਤਾਂ ਰੱਖੀਆਂ ਸਨ। ਨਿਆਂ ਕਰਨਾ, ਦੋਸ਼ੀ ਹੋਵੇ ਤਾਂ ਦੰਡ ਵਿੱਚ ਦਇਆ ਵਰਤਣੀ। ਜੇ ਕੋਈ ਵਾਕਿਆ ਹੀ ਮੁਜਰਮ ਹੋਵੇ ਤਾਂ ਇਹੋ ਜਿਹੀਆਂ ਕੁਝ ਸ਼ਰਤਾਂ ਲਾ ਕੇ ਕਾਨੂੰਨ ਦੇ ਹਵਾਲੇ ਕੀਤਾ ਜਾ ਸਕਦਾ ਹੈ, ਉਹ ਵੀ ਉਹਨਾਂ ਦੇ ਹਵਾਲੇ ਜਿਨ੍ਹਾਂ ਉੱਤੇ ਇਹ ਸ਼ੱਕ ਨਾ ਹੋਵੇ ਕਿ ਉਹ ਵੇਖਦੇ ਹੀ ਬੰਬ ਅਤੇ ਗੋਲੀਆਂ ਦੀ ਬੁਛਾੜ ਨਾਲ ਉਹਨਾਂ ਨੂੰ ਹਲਾਕ ਕਰ ਦੇਣਗੇ, ਜਿਵੇਂ ਨਿਰਦੋਸ਼ ਬਾਲਕ ਹਰਦੇਵ ਸਿੰਘ ਨੂੰ ਮਾਨਾਂ ਵਾਲੇ ਕੀਤਾ ਜਾ ਚੁੱਕਾ ਹੈ। ਪਰੰਤੂ ਨਿਰਦੋਸ਼ ਸਿੰਘ ਦਾ ਪੂਰਾ ਹੱਕ ਹੈ ਕਿ ਉਹ ਗੁਰਦੁਆਰਿਆਂ ਵਿੱਚ ਗੁਰੂ ਦੀ ਸ਼ਰਨ ਜਾਂ ਪਨਾਹ ਲੈ ਸਕਣ ਅਤੇ ਸੇਵਾਦਾਰਾਂ ਦਾ ਧਾਰਮਿਕ ਫਰਜ਼ ਹੈ ਕਿ ਉਹ ਅਜਿਹੇ ਸਿੰਘ ਦਾ ਸਤਿਕਾਰ ਕਰਨ ਅਤੇ ਭਾਈ ਮਨੀ ਸਿੰਘ ਵਾਂਗ ਪੁਰਜਾ ਕੱਟ ਜਾਣ, ਪਰ ਉਹਨਾਂ ਦੀ ਵਾਹ ਵੱਲ ਵੀ ਕਿਸੇ ਝੂਠੀ ਸਰਕਾਰ ਦੇ ਰੱਤ ਪੀਣੇ ਜ਼ਾਲਮ ਕਰਿੰਦੇ ਨੂੰ ਝਾਕਣ ਨਾ ਦੇਣ। ਭਾਈ ਮਨੀ ਸਿੰਘ ਜੀ ਨੇ ਦਰਬਾਰ ਸਾਹਿਬ ਦੀ ਸ਼ਰਨ ਆਏ ਸਿੰਘਾਂ ਦੀ ਰੱਖਿਆ ਜਾਨ ਦੇ ਕੇ ਕੀਤੀ। ਸਿੱਖੀ ਦੇ ਨਾਂ ਉੱਤੇ ਸੰਗਤਾਂ ਦੇ ਸਤਿਕਾਰ ਸਦਕਾ ਉੱਚੀਆਂ ਕੁਰਸੀਆਂ ਮਾਨਣ ਵਾਲੇ ਸਿੱਖ ਲੀਡਰਾਂ ਨੂੰ ਸਿੱਖ ਧਰਮ ਦੇ ਅਸੂਲਾਂ ਪ੍ਰਤੀ ਡਟ ਕੇ ਪਹਿਰਾ ਦੇਣ ਲਈ
ਪ੍ਰੇਰਨਾ ਕਰਨ ਦੀ ਲੋੜ ਨਹੀਂ ਹੋਣੀ ਚਾਹੀਦੀ। ਗੁਰੂ ਦੀਆਂ ਸੰਗਤਾਂ ਵੀ ਆਪਣੇ ਸਰਬੰਸਦਾਨੀ ਸਤਿਗੁਰੂ ਦਾ ਬਿਰਧ ਪਛਾਣਨ। ਨਿਰਦੋਸ਼ ਮੁਸਫਟ ਗੱਭਰੂ ਭਾਈ ਤਾਰੂ ਸਿੰਘ ਅਤੇ ਉਸ ਦੀ ਬਾਲਕੀ ਭੈਣ ਨੂੰ ਜਿਸ ਵੇਲੇ ਮੁਗਲ ਸਿਪਾਹੀ ਗ੍ਰਿਫਤਾਰ ਕਰਕੇ ਲੈ ਜਾ ਰਹੇ ਸਨ ਤਾਂ ਪੜਾਣੇ ਪਿੰਡ ਉਹ ਰਾਤ ਰਹੇ। ਪੜਾਣੇ ਦੀ ਸੰਗਤ ਨੇ ਪੰਥ ਦੀ ਬੇਟੀ ਭਾਈ ਤਾਰੂ ਸਿੰਘ ਦੀ ਭੈਣ ਨੂੰ ਰਿਸ਼ਵਤ ਦੇ ਕੇ ਛੁਡਾ ਲਿਆ। ਫੇਰ ਮਤਾ ਕੀਤਾ, ਤਾਰੂ ਸਿੰਘ ਛਡਾਈਏ, ਹੋਣੀ ਹੋਏ ਸੋ ਹੋਏ। ਕਿਉਂਕਿ ਸਿੱਖ ਛੁਡਾਵਣ ਹੈ ਵੱਡ ਧਰਮ, ਗਊ ਬ੍ਰਾਹਮਣ ਤੇ 100 ਗੁਨੇ ਕਰਨ। ਇਹੋ ਸਿੱਖੀ ਰੀਤ ਹੈ ਜਿਸ ਸੰਬੰਧੀ ਪਵਿੱਤਰ ਗੁਰਵਾਕ ਹਨ, ਜੋ ਆਵਤ ਸਰਨ ਠਾਕੁਰ ਪ੍ਰਭ ਤੁਮਰੀ, ਤਿਸ ਰਾਖੋ ਕਿਰਪਾ ਧਾਰ। ਜਨ ਨਾਨਕ ਸਰਨ ਤੁਮਾਰੀ, ਹਰ ਜਿਉ ਰਾਖੋ ਲਾਜ ਮੁਰਾਰ। ਗੁਰੂ ਸ਼ਹਿਨशाह ਹਜ਼ੂਰ ਦੀਆਂ ਸੰਗਤਾਂ ਨੂੰ ਸੰਬੋਧਨ ਕਰਕੇ ਕੋਈ ਧਾਰਮਿਕ ਆਦਮੀ ਹੀ ਕਾਢੀ ਬਾਹੀ ਕੂਕ ਸਕਦਾ ਹੈ ਕਿ 10 ਗੁਰੂਆਂ ਕੀ ਰੀਤ ਸੰਭਾਲੋ। ਸੋ ਅੱਜ ਅਸੀਂ ਇਹ ਭਾਗ ਪੰਨਾ ਨੰਬਰ 141 ਤੱਕ ਹੀ ਪੜਾਂਗੇ। ਹੋਈਆਂ ਭੁੱਲਾਂ ਚੁੱਕਾਂ ਲਈ ਮੁਆਫੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।